काम क्रोध अर लोभ मोह वस करੈ सबੈ बल सदा सुख मन वसै दुख संसार खोऐ गुर नव निद दरिया जन्म हम कालख तोऐ सो कहो टल गुर सेवियै अहनिस सहज सुभाए दर्शन परसै गुरु कै जन्म मरण दुख जाय दर्शन परसै गुरु कै जन्म मरण दुख जाय। सतनाम श्री वाहेगुरु साहेब जीओ गौड़े ग्वारे रे महला तीजा सच्चा अमर सच्चा पातशाह मन साचा राते हर बेपरवाहो सच्चा महल सच नाम समाहो सच्चा अमर सच्चा पातशाह मन साचा राते हर बेपरवाहो सच्चा महल सच नाम समाहो सुन मन मेरे शब्द विचार राम जप हो पाव जल उतरहो पार रहाओ पर में आवे पर में जाए एहो जग जन्मया दूजा पाए मन मुख ना चेत आवे जाए आप भुला के प्रभु आप भुलाया एहो जियो विडाणी चाकरे लाया महादुख खटे बिरथा जन्म गवाया कृपा कर सतगुरु मिलाए एको नाम चेते विचह परम चुकाए नानक नाम जपे नाओ नौ निध पाए कृपा कर सतगुरु मिलाए एको नाम चेते विचह परम चुकाए नानक नाम जपे नाओ नौ निध पाए। वाहेगुरु जी का खालसा वाहेगुरु जी की फतेह। सच्चे पातशाह गरीब नवाज सतगुरु किरपा दे सागर जागदी जोत 10 पातशाहियां दे आत्मक स्वरूप
ਗੁਰਤਾ ਗੱਦੀ ਵਿਰਾਜਮਾਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਚੌਜੀ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਆਪਣਾ ਸਰਬੰਸ ਵਾਰ ਕੇ ਇਸ ਅਸਥਾਨ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਏ। ਬੇਅੰਤ ਬਖਸ਼ਾਂ ਆਪਣੇ ਖਾਲਸੇ ਤੇ ਸਤਿਗੁਰਾਂ ਜੀ ਨੇ ਵਰਤਾਈਆਂ। ਮਹਾਰਾਜ ਜੀ ਦਾ ਇਹ ਪਵਿੱਤਰ ਜੋਤੀ ਜੋਤ ਸਮਾਉਣ ਅਸਥਾਨ, ਜਿੱਥੇ ਆਪਾਂ ਨੂੰ ਸੰਗਤ ਦਾ ਸੁਭਾਗ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਅੱਜ ਜੋ ਅੰਮ੍ਰਿਤਸਰ ਸਾਹਿਬ ਜੀ ਦੀ ਜੰਤਰੀ ਹੈ, ਉਹਦੇ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਤਖਤ ਦੀ ਸਿਰਜਣਾ ਆਪ ਕੀਤੀ ਹੈ, ਜਿਸ ਵਿੱਚ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਤੋਂ ਮਹਾਰਾਜ ਸੇਵਾ ਲਈ। ਕਿਸੇ ਹੋਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ 'ਚ ਨਹੀਂ ਲਾਇਆ। ਜਦੋਂ ਸਾਕਾ ਨੀਲਾ ਤਾਰਾ ਵਿਖੇ ਜਦੋਂ ਇਹ ਘੱਲੂਘਾਰਾ ਵਾਪਰਿਆ ਸੀਗਾ ਅੰਮ੍ਰਿਤਸਰ ਸਾਹਿਬ ਵਿਖੇ, ਤਖਤ ਬਹੁਤ ਬੁਰੀ ਤਰ੍ਹਾਂ ਬੰਬਾਂ ਤੇ ਗੋਲਿਆਂ ਨਾਲ ਉਡਾ ਦਿੱਤਾ ਸੀ। ਜਦੋਂ ਸੇਵਾ ਪੰਥ ਨੇ ਕੀਤੀ ਹੈ, ਉਸ ਸਮੇਂ ਕਿਉਂਕਿ ਸਰਕਾਰ ਨੇ ਉੱਥੇ ਲੇਪਾ ਪੋਚੀ ਕਰ ਦਿੱਤੀ ਸੀ ਤੇ ਉਹ ਸਰਕਾਰ ਦਾ ਬਣਾਇਆ ਹੋਇਆ ਤਖਤ ਪੰਥ ਨੇ ਪ੍ਰਵਾਨ ਨਹੀਂ ਕੀਤਾ, ਭਾਵੇਂ ਕਿ ਕੁਝ ਪੰਥ ਦੇ ਹੀ ਅਨਸਰਾਂ ਨੇ ਨਾਲ ਰਲ ਕਰਕੇ ਇਹ ਜਿਹੜਾ ਸੀ ਕਾਰਜ ਕੀਤਾ। ਕਦੇ ਸਾਡੀਆਂ ਇਮਾਰਤਾਂ ਹਕੂਮਤਾਂ ਨੇ ਨਹੀਂ ਬਣਾ ਕੇ ਦਿੱਤੀਆਂ, ਇਹ ਸਿੱਖਾਂ ਦੀ ਕਿਰਤ ਕਮਾਈ ਚੋਂ ਬਣਦੀਆਂ। ਜੋ ਦਸਵੰਧ ਸਿੱਖ ਕੱਢਦੇ ਐ, ਧਰਮ ਦੀ ਕਿਰਤ ਕਰਕੇ ਮਹਾਰਾਜ ਅੱਗੇ ਭੇਟ ਕਰਦੇ ਐ, ਉਹ ਖੂਨ ਪਸੀਨੇ ਦੀ ਕਮਾਈ ਦੀਆਂ ਇਹ ਇਮਾਰਤਾਂ ਬਣਦੀਆਂ। ਜਾਂ ਜਦੋਂ ਸਾਡਾ ਰਾਜ ਹੋਵੇ ਤੇ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਆਪਣੇ ਸ਼ਾਹੀ ਖਜ਼ਾਨੇ ਚੋਂ ਇਹ ਸੇਵਾਵਾਂ ਕੀਤੀਆਂ ਨੇ। ਜਿਸ ਵਕਤ ਇਹ ਇਮਾਰਤ ਫਿਰ ਜਿਹੜੀ ਸੀ ਉਹ ਸਾਰੀ ਸਾਧ ਸੰਗਤ ਜੀ ਹਟਾਈ ਗਈ। ਜਿਹੜਾ ਥੱਲੇ ਉਹ ਤਖਤ ਜਦੋਂ ਆਪ ਜਾਓ ਦਰਸ਼ਨ ਕਰਨ, ਜਿੱਥੇ ਢਾਡੀ ਸਿੰਘ ਵਾਰਾਂ ਗਾਇਨ ਕਰਦੇ ਐ, ਉੱਥੇ ਤੁਹਾਨੂੰ ਸ਼ੀਸ਼ੇ ਦੇ ਵਿੱਚ ਦੀ ਸਿੱਧਾ ਨਿੱਕੀ ਇੱਟ ਦਾ ਥੜਾ ਸਾਹਿਬ ਮਿਲੇਗਾ। ਇਹ ਉਹੋ ਹੀ ਥੜਾ ਏ ਜਿਹਦੀਆਂ ਇੱਟਾਂ ਧਰਮਵੀਰ ਸਤਿਗੁਰਾਂ ਜੀ ਨੇ ਆਪ ਧਰੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਚੂਨਾ ਲਾਉਣ ਦੀ ਸੇਵਾ ਕੀਤੀ ਹੈ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਟਾਂ ਫੜਾਈਆਂ ਨੇ ਸੱਚੇ ਪਾਤਸ਼ਾਹ ਜੀ ਨੂੰ। ਹੋਰ ਕੋਈ ਚੌਥਾ ਸਿੱਖ ਮਹਾਰਾਜ ਇਸ ਸੇਵਾ 'ਚ ਨਹੀਂ ਲਾਇਆ, ਭਾਵੇਂ ਕਿ ਕੁਝ ਜਿਹੜੇ ਸੀ ਪੰਥ ਦੇ ਗੁਰਮੁਖ ਪਿਆਰੇ, ਉਹਨਾਂ ਦੀ ਇੱਛਾ ਸੀਗੇ ਕਿ ਇਹ ਵੀ ਨਵਾਂ ਹੀ ਬਣਾਇਆ ਜਾਵੇ, ਪਰ ਜਿਹੜੇ ਸ਼ਰਧਾਵਾਨ ਗੁਰਮੁਖ ਕਹਿਣ ਲੱਗੇ ਨਹੀਂ, ਇਹ ਥੜਾ ਸਾਹਿਬ ਕੋਈ ਕੇਵਲ ਇੱਟਾਂ ਦਾ ਬਣਿਆ ਹੋਇਆ ਨਹੀਂ, ਇਸ ਤਖਤ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਬਣਾਇਆ। ਇਸ ਕਰਕੇ ਇਸ ਤਖਤ ਨੂੰ ਕਦਾਚਿਤ ਵੀ ਨਹੀਂ ਢਾਹ ਕੇ ਨਵਾਂ ਬਣਾਉਣ ਦਾ ਕੋਈ ਯਤਨ ਕਰਨਾ। ਉਹ ਉਵੇਂ ਹੀ ਤਖਤ ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿਵੇਂ ਇਮਾਰਤ ਫਿਰ ਉਸਾਰੀ ਗਈ, ਤੇ ਉਹ ਪਵਿੱਤਰ ਮਹਾਰਾਜ ਜੀ ਦਾ ਪਾਵਨ ਤਖਤ ਥੱਲੇ ਸਾਂਭਿਆ ਹੋਇਆ। ਉੱਤੇ ਉਸੇ ਤਰ੍ਹਾਂ ਹੀ ਉੱਥੇ ਜਿੱਥੇ ਅੱਜ ਸ਼ਸਤਰ ਸਜਦੇ ਹੈ ਸਤਿਗੁਰਾਂ ਜੀ ਦੇ ਕਮਰ ਕੱਸੇ ਦੇ,
ਉੱਥੇ ਗੁਰੂ ਸਾਹਿਬ ਜੀ ਆਪ ਮਹਾਰਾਜ ਵੀਰ ਆਸਣ ਲਾ ਕੇ ਸੱਚੇ ਪਾਤਸ਼ਾਹ ਜੀ ਬੈਠਿਆ ਕਰਦੇ। ਤਖਤ ਰਚ ਕੇ ਸਤਿਗੁਰਾਂ ਜੀ ਨੇ ਸਾਧ ਸੰਗਤ ਜੀ ਫਿਰ ਤਖਤ ਤੋਂ ਫਰਮਾਨ ਵੀ ਜਾਰੀ ਕੀਤੇ। ਕੱਲਾ ਇਹ ਨਹੀਂ ਕਿ ਤਖਤ ਵੈ, ਤਖਤ ਉਹਨੂੰ ਹੀ ਕਹਿੰਦੇ ਆ ਜਿਸ ਤੋਂ ਸੱਚਾ ਫਰਮਾਨ ਜਾਰੀ ਹੋਵੇ। ਉਹ ਰਾਜ ਕਾਹਦਾ ਜਿੱਥੇ ਹੁਕਮ ਨਹੀਂ ਚੱਲਦਾ। ਹੁਕਮ ਤੋਂ ਬਿਨਾ ਰਾਜ ਨਹੀਂ ਹੁੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਖਤ ਰਚਿਆ ਤੇ ਸੱਚੇ ਤਖਤ ਤੋਂ ਸੱਚਾ ਹੁਕਮ ਜਾਰੀ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਜਾਰੀ ਕੀਤਾ ਹੁਕਮ? ਮਹਾਰਾਜ ਜੀ ਨੇ ਆਖਿਆ ਕਿ ਜ਼ਾਲਮ ਤੇ ਜਰਵਾਣੇ ਨੂੰ ਸ਼ਾਂਤੀ ਦੀ ਸਮਝ ਨਹੀਂ ਪਈ, ਇਸ ਕਰਕੇ ਸਿੱਖੋ ਹੁਣ ਸ਼ਸਤਰ ਧਾਰਨ ਕਰੋ, ਇਹ ਸਾਡਾ ਹੁਕਮ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਦੇ ਉੱਤੇ ਬੈਠ ਕੇ ਹੁਕਮ ਜਾਰੀ ਕੀਤਾ ਹੈ। ਹੁਣ ਕਈ ਕਹਿੰਦੇ ਆ ਜੀ ਨਹੀਂ ਹਕੂਮਤਾਂ ਦਾ ਹੁਕਮ ਮੰਨੋ। ਸਿੱਖ ਹੁਣ ਕਿਸੇ ਝੂਠੀ ਹਕੂਮਤ ਦਾ ਹੁਕਮ ਮੰਨੇ ਕਿ ਜਾਂ ਆਪਣੇ ਗੁਰੂ ਜੀ ਦਾ ਹੁਕਮ ਮੰਨੇ? ਸਿੱਖ ਵਾਸਤੇ ਗੁਰੂ ਸਾਹਿਬ ਦਾ ਹੁਕਮ ਮੰਨਣਾ ਜ਼ਰੂਰੀ ਹੈ, ਕਿਉਂਕਿ ਮਹਾਰਾਜ ਤਾਂ ਲੋਕ ਪਰਲੋਕ ਦੇ ਰਾਖੇ ਹੈ। ਇਸ ਕਰਕੇ ਹਕੂਮਤਾਂ ਹੁਣ ਕਹਿੰਦੀਆਂ ਕਿ ਸਿੱਖ ਜਿਹੜੇ ਆ ਉਹ ਸ਼ਸਤਰ ਨਾ ਰੱਖਣ, ਇਹ ਸਾਡਾ ਹੁਕਮ ਹੈ। ਜੇ ਰੱਖਦੇ ਆ ਤੇ ਕਹਿੰਦੇ ਆ ਜਰਾਇਮ ਪੇਸ਼ਾ ਕੌਮ ਹੈ। ਇਹ ਦੁਨਿਆਵੀ ਤਖਤਾਂ ਨੇ ਬੜੇ ਬੜੇ ਫਤਵੇ ਦਿੱਤੇ, ਪਰ ਸੱਚੇ ਪਾਤਸ਼ਾਹ ਦੇ ਸੱਚੇ ਤਖਤ ਤੋਂ ਸੱਚਾ ਹੁਕਮ ਸਾਧ ਸੰਗਤ ਜੀ ਮਹਾਰਾਜ ਜੀ ਨੇ ਜਾਰੀ ਕੀਤਾ, ਜਿਸ ਕਰਕੇ ਮਹਾਰਾਜ ਨੇ ਸਿੱਖਾਂ ਦੀ ਕਾਇਰਤਾ ਤੇ ਜੜਤਾ ਨੂੰ ਨਾਸ਼ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਆਪਣੇ ਆਪ ਵਿੱਚ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਜੇ ਅਸੀਂ ਆਜ਼ਾਦ ਨਾ ਹੁੰਦੇ ਤਾਂ ਕਦੇ ਮਹਾਰਾਜ ਸਾਨੂੰ ਇਉਂ ਤਖਤ ਨਾ ਫਿਰ ਦਿੰਦੇ। ਇਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਵਿੱਤਰ ਇਮਾਰਤ ਕੌਮ ਦੀ ਸਦਾ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਵਨ ਤਖਤ ਦੀ ਸਿਰਜਣਾ ਕੀਤੀ ਹੈ। ਇੰਨੀ ਕਿ ਸੰਖੇਪ ਬੇਨਤੀ ਪ੍ਰਵਾਨ ਕਰਨੀ, ਕਿਉਂਕਿ ਜੇ ਵਿਸਥਾਰ ਜਿਹੜਾ ਹੈ ਬਹੁਤਾ ਕਰਾਂਗੇ ਫਿਰ ਲੜੀਵਾਰ ਕਥਾ ਜਿਹੜੀ ਹੈ ਉਹ ਸਾਧ ਸੰਗਤ ਜੀ ਛੁੱਟ ਜਾਂਦੀ ਰਹਿ ਜਾਂਦੀ ਹੈ। ਆਪਾਂ ਸ਼ਬਦ ਨਾਲ ਜੁੜੀਏ। ਮਹਾਰਾਜ ਸਾਹਿਬ ਜੀ ਦਾ ਅੱਜ ਸ਼੍ਰੀ ਮੁਖਵਾਕ ਆਰੰਭ ਵੀ ਇਹ ਲੜੀਵਾਰ ਕਥਾ ਵਿੱਚ ਤਖਤ ਦੇ ਸੰਬੰਧ 'ਚ ਹੀ ਹੋ ਰਿਹਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਬਖਸ਼ਿਸ਼ ਕਰਦੇ ਹੈ, ਆਓ ਆਪਣੇ ਮਨ ਬਿਰਤੀ ਨੂੰ ਇਕਾਗਰ ਕਰੀਏ। ਮਹਾਰਾਜ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੇ ਗਵਾਰੇ ਰੇ ਮਹਲਾ ਤੀਜਾ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਗੌੜੀ ਰਾਗ ਦੇ ਅੰਦਰ ਗਵਾਰੇਰੀ ਜਾਤੀ ਹੈ। ਸੱਚੇ ਪਾਤਸ਼ਾਹ ਜੀ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਥੋੜਾ ਭੇਦ ਹੈ ਇਸ ਸਿਰਲੇਖ ਦੇ ਅੰਦਰ, ਸ਼ਾਇਦ ਬਦਲਵਾਂ ਆ ਰਿਹਾ, ਕਿਉਂਕਿ ਗੌੜੀ ਮਹੱਲਾ ਤੀਜਾ ਗਵਾਰੇਰੀ ਇਸ ਤਰ੍ਹਾਂ ਹੈ ਸ਼ਬਦ ਦਾ ਸਿਰਲੇਖ। ਤੋ ਇਹ ਸਾਧ ਸੰਗਤ ਜੀ ਮਹਾਰਾਜ ਦੀ ਮਰਜ਼ੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਉਚਾਰਿਆ ਹੈ, ਜਿਵੇਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਲਿਖਤ ਕੀਤੀ ਹੈ, ਸਾਨੂੰ ਉਵੇਂ ਹੀ ਪੜ੍ਹਨਾ ਚਾਹੀਦਾ ਹੈ। ਤੋ ਮਹਾਰਾਜ ਗੌੜੀ ਰਾਗ ਦੇ ਅੰਦਰ ਗਵਾਰੇਰੀ ਜਾਤੀ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਵਿੱਤਰ ਸ਼ਬਦ ਹਜੂਰ ਬਖਸ਼ਿਸ਼ ਕਰਦੇ ਹਨ। ਸੱਚਾ ਅਮਰ ਸੱਚਾ ਪਾਤਸ਼ਾਹ। ਹਜੂਰ ਕਹਿੰਦੇ ਐ ਗੁਰਸਿੱਖੋ, ਵਾਹਿਗੁਰੂ ਜੋ ਹੈ ਨਾ ਉਹ ਸੱਚਾ ਹੈ, ਤਿੰਨਾਂ ਸਮਿਆਂ ਵਿੱਚ ਰਹਿਣ ਵਾਲਾ ਹੈ, ਤੇ ਉਹਦਾ ਜਿਹੜਾ ਹੁਕਮ ਹੈ
ਉਹ ਵੀ ਮਹਾਰਾਜ ਕਹਿੰਦੇ ਤਿੰਨਾਂ ਸਮਿਆਂ 'ਚ ਹੀ ਸੱਤਵ ਹੈ। ਸੱਚਾ ਅਮਰ ਹੁਕਮ ਨੂੰ ਕਹਿੰਦੇ ਹੈ। ਵਾਹਿਗੁਰੂ ਦਾ ਹੁਕਮ ਵੀ ਮਹਾਰਾਜ ਕਹਿੰਦੇ ਸੱਚਾ ਹੈ, ਨਾਸ਼ ਹੋਣ ਤੋਂ ਰਹਿਤ ਹੈ। ਤੇ ਉਹ ਸੱਚਾ ਪਾਤਸ਼ਾਹ ਅਡੋਲਾ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਹਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਾਬਤ। ਸਾਧ ਸੰਗਤ ਜੀ, ਪਾਤ ਦਾ ਅਰਥ ਹੁੰਦਾ ਤਖਤ, ਸ਼ਾਹ ਦਾ ਅਰਥ ਹੁੰਦਾ ਮਾਲਕ। ਤਖਤ ਦਾ ਮਾਲਕ ਕੌਣ ਹੈ? ਹਜੂਰ ਇੱਥੇ ਕਹਿੰਦੇ ਆ ਅਕਾਲ ਪੁਰਖ ਵਾਹਿਗੁਰੂ ਹੈ ਸੱਚੇ ਤਖਤ ਦਾ ਮਾਲਕ, ਜਿਹਦੀ ਪਾਤਸ਼ਾਹੀ ਜੁਗੋ ਜੁਗ ਅਟਲ ਹੈ। ਇਹ ਤਾਂ ਉਮਰਾਂ ਦੇ ਭੋਗਣ ਨਾਲ ਹੀ ਪਾਤਸ਼ਾਹੀਆਂ ਖਤਮ ਹੋ ਜਾਂਦੀਆਂ ਹਨ। ਕਈ ਹੋ ਗੁਜਰੇ ਐ, ਗਾਂ ਹੋਰ ਗੁਜਰ ਜਾਣਗੇ। ਪਰ ਨਿਰੰਕਾਰ ਜਿਹੜਾ ਹੈ ਨਾ, ਸਾਚਾ ਸਾਹਿਬ ਸਾਚ ਨਾਏ, ਉਹਦਾ ਸੱਚਾ ਹੀ ਨਾਮ ਹੈ ਤੇ ਉਹ ਆਪ ਵੀ ਸੱਚਾ ਹੈ, ਉਹਦਾ ਤਖਤ ਵੀ ਸੱਚਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਸੱਚੇ ਤਖਤ ਤੇ ਨਿਵਾਸ ਕਰਨ ਵਾਲਾ ਹੈ, ਉਹਦਾ ਹੁਕਮ ਵੀ ਅਟਲ ਵੈ, ਅਮਰ ਵੈ ਸਦਾ। ਉਹਦਾ ਹੁਕਮ ਅਮੋੜ ਹੈ, ਮੋੜਿਆ ਨਹੀਂ ਜਾ ਸਕਦਾ। ਇਸੇ ਪ੍ਰਕਾਰ ਹੀ ਸੱਚਾ ਅਮਰ ਸੱਚਾ ਪਾਤਸ਼ਾਹ। ਹਜੂਰ ਕਹਿੰਦੇ ਹੈ ਕਿ ਸੱਚੇ ਨਿਰੰਕਾਰ ਦਾ ਹੁਕਮ ਕੀ ਹੈ? ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਉਹਦਾ ਨਾਮ ਰੂਪੀ ਹੁਕਮ ਵੀ ਸੱਚਾ ਹੈ। ਫਿਰ ਇਹ ਜਿਹੜੀ ਧੁਰ ਕੀ ਬਾਣੀ ਹੈ, ਇਹ ਵੀ ਮਹਾਰਾਜ ਨੇ ਕਿਹਾ ਨਿਰੰਕਾਰ ਦਾ ਹੁਕਮ ਹੈ। ਕਿਉਂਕਿ ਮਹਾਰਾਜ ਜੀ ਨੇ ਵਾਕ ਕਹੇ ਹੈ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾਲੋ। ਇਸ ਕਰਕੇ ਇਹ ਬਾਣੀ ਵੀ ਸੱਚੀ ਹੈ ਸੱਚੇ ਪਾਤਸ਼ਾਹ ਜੀ ਦੀ। ਨਿਰੰਕਾਰ ਦੇ ਹੁਕਮ ਅਨੁਸਾਰ ਇਹ ਬਾਣੀ ਸਾਧ ਸੰਗਤ ਜੀ ਪ੍ਰਗਟ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਹਾ ਕਿ ਵਾਹਿਗੁਰੂ ਦੇ ਘਰੋਂ ਇਹ ਆਈ ਹੋਈ ਬਾਣੀ ਹੈ। ਇਸ ਕਰਕੇ ਇਹ ਬਾਣੀ ਰੂਪੀ ਹੁਕਮ ਵੀ ਵਾਹਿਗੁਰੂ ਦਾ ਸੱਚਾ ਹੈ, ਨਾਮ ਰੂਪੀ ਹੁਕਮ ਵੀ ਸੱਚਾ ਹੈ। ਤੇ ਸੱਚਾ ਤਖਤ ਉਹ ਹੈ ਜਿੱਥੋਂ ਹੁਕਮ ਵੀ ਸੱਚਾ ਜਾਰੀ ਹੋਵੇ। ਜਿੱਥੋਂ ਝੂਠੇ ਹੁਕਮ ਜਾਰੀ ਹੁੰਦੇ ਹੈ ਫਿਰ ਉਹਨਾਂ ਨੂੰ ਵਾਪਸ ਲੈਣੇ ਪੈ ਜਾਂਦੇ ਹੈ। ਤੇ ਸਾਧ ਸੰਗਤ ਜੀ, ਉਹ ਤਖਤ ਸੱਚਾ ਨਹੀਂ ਹੋ ਸਕਦਾ। ਉਹ ਤਖਤ ਡਿੱਗਦੇ ਹੈ, ਢਹਿੰਦੇ ਹੈ, ਸਮਾਪਤ ਹੋ ਜਾਂਦੇ ਹੈ। ਕਦੇ ਨਰੰਗਾ ਵੀ ਦਿੱਲੀ ਦੇ ਤਖਤ ਤੇ ਬੈਠ ਕੇ ਇਹੀ ਮਹਿਸੂਸ ਕਰਦਾ ਹੋਏਗਾ ਕਿ ਮੇਰਾ ਤਖਤ ਬੜਾ ਅਚਲ ਹੈ, ਇਹ ਤਾਂ ਬੜੀ ਸ਼ਕਤੀ ਵਾਲਾ ਹੈ। ਪਰ ਸਮਾਂ ਆਇਆ ਖਾਲਸੇ ਨੇ ਤਖਤ ਹੀ ਪੁੱਟ ਲਿਆ। ਕਿਆ ਇਸੇ ਤਖਤ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਫਰਮਾਨ ਜਾਰੀ ਕੀਤਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਕਿਹਾ, ਮਾਰੋ ਸੰਗਲ ਇਸ ਤਖਤ ਨੂੰ ਤੇ ਲੈ ਚੱਲੋ ਅੰਮ੍ਰਿਤਸਰ ਸਾਹਿਬ। ਜਿੱਥੇ ਰਾਮਗੜੀਆਂ ਦਾ ਬੁੰਗਾ ਹੈ ਨਾ ਸਾਧ ਸੰਗਤ ਜੀ, ਉਸ ਬੁੰਗੇ ਵਿੱਚ ਅੱਜ ਵੀ ਦਿੱਲੀ ਦੇ ਤਖਤ ਦੀ ਸਿਲਾ ਪਈ ਹੈ। ਤੇ ਸਿੰਘਾਂ ਨੇ ਹਰਮੰਦਰ ਸਾਹਿਬ ਵੱਲ ਨੂੰ ਨੀਵਾਂ ਕਰਕੇ ਉਹ ਪੱਥਰ ਲਾਇਆ ਕਿ ਦਿੱਲੀ ਦਾ ਤਖਤ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਅੱਗੇ ਝੁਕਾ ਦਿੱਤਾ ਹੈ। ਇਹ ਜਦੋਂ ਤੁਸੀਂ ਜਾਓ ਤੇ ਲੰਗਰ ਵਾਲੇ ਪਾਸਿਓਂ ਉਹ ਬੁੰਗੇ ਦੇ ਅੰਦਰ ਰਾਹ ਜਾਂਦਾ ਹੈ ਤੇ ਉੱਥੇ ਜਾ ਕਰਕੇ ਤੁਸੀਂ ਲਿਖੇ ਹੋਏ ਅੱਖਰ ਵੀ ਪੜ੍ਹ ਲੈਣਾ ਕਿ ਇਹ ਉਹ ਤਖਤ ਹੈ ਜਿੱਥੇ ਨਰੰਗਾ ਬੈਠਦਾ ਰਿਹਾ। ਕਦੇ ਸ਼ਾਹਜਹਾਂ ਇਸ ਤਖਤ ਤੇ ਬੈਠਦਾ ਰਿਹਾ, ਜਹਾਂਗੀਰ ਬੈਠਦਾ ਰਿਹਾ ਹੈ। ਇਹ ਉਹੋ ਹੀ ਤਖਤ ਜਦੋਂ ਖਾਲਸੇ ਨੇ ਦਿੱਲੀ ਫਤਿਹ ਕੀਤੀ ਤੇ ਸੱਚੇ ਤਖਤ ਦੇ ਅੱਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਲਿਆ ਕੇ ਝੁਕਾ ਕੇ ਉਸ ਪੱਥਰ ਨੂੰ ਲਾਇਆ ਕਿ ਪ੍ਰਤੀਕ ਵੈ, ਭਾਵੇਂ ਉਹ ਪੱਥਰ ਹੈ ਸਾਧ ਸੰਗਤ ਜੀ, ਪੱਥਰਾਂ ਵਰਗਾ ਪੱਥਰ ਵੈ। ਕਿਉਂ ਕਹਿਣ ਨੂੰ ਇਉਂ ਕਹਿ ਸਕਦਾ ਕੋਈ, ਪਰ ਖਾਲਸੇ ਨੇ ਆਪਣੇ ਬਾਜੂਆਂ ਦਾ ਪ੍ਰਤਾਪ ਦਿਖਾਇਆ ਹੈ ਕਿ ਦਿੱਲੀ ਦਾ ਇਹ ਉਹੋ ਹੀ ਪੱਥਰ ਅਸੀਂ ਹਰਮੰਦਰ ਸਾਹਿਬ ਦੇ ਅੱਗੇ ਲਿਆ ਕੇ ਝੁਕਾ ਦਿੱਤਾ ਹੈ। ਉਹ ਸੁਨੇਹਾ ਦੇ ਰਿਹਾ, ਕੁਝ ਦੱਸ ਰਿਹਾ। ਕੀ ਦੱਸ ਰਿਹਾ? ਕਿ ਕਦੇ ਸਮਾਂ ਆਉਂਦਾ ਹੈ ਜ਼ਾਲਮ ਦੇ ਤਖਤ ਨੂੰ ਵੀ ਧਰਮ ਦੇ ਅਨਿਆਈ ਫਿਰ ਉਖੇੜ ਦਿੰਦੇ ਆ। ਉਸ ਤਖਤ ਦੇ ਪਲਟੇ ਨੂੰ ਇਉਂ ਪਲਟਦੇ ਆ ਕਿ ਫਿਰ ਉਹਨਾਂ ਦੇ ਵਜੂਦ ਹੀ ਖਤਮ ਹੋ ਜਾਂਦੇ। ਅੱਜ ਕਿੱਧਰ ਗਿਆ ਮੁਗਲਿਆ ਰਾਜ, ਕਿੱਧਰ ਗਈ ਮੁਗਲਿਆ ਸਲਤਨਤ। ਕੇਵਲ ਉਹ ਪੱਥਰ ਦਾ ਟੁਕੜਾ ਨਾ ਸਮਝਣਾ, ਉਹ ਕੁਝ ਸੁਨੇਹਾ ਦਿੰਦਾ ਹੈ ਕਿ ਜਦੋਂ ਜ਼ੁਲਮ ਰਾਜ ਬਤੀਤ ਹੁੰਦਾ ਨਾ, ਕਦੇ ਫਿਰ ਓੜਕ ਰਾਤ ਮੁੱਕਦੀ ਹੈ ਪਾਪਾਂ ਦੀ ਤੇ ਦਿਨ ਚੜ੍ਹਦਾ ਏ। ਜਦੋਂ ਫਿਰ ਸੱਚ ਰੂਪੀ ਦਿਨ ਚੜ੍ਹਦਾ ਨਾ,
ਉਦੋਂ ਇਹ ਝੂਠੇ ਤਖਤਾਂ ਦੇ ਫਿਰ ਪਲਟੇ ਵੱਜ ਜਾਂਦੇ ਆ। ਤੇ ਸਾਧ ਸੰਗਤ ਜੀ, ਜਿਹੜਾ ਨਿਰੰਕਾਰ ਦਾ ਤਖਤ ਵੈ, ਹਜ਼ੂਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖੋ ਉਹ ਸਦਾ ਸੱਚ ਵੈ, ਸਦਾ ਰਹਿਣ ਵਾਲਾ ਤਖਤ ਵੈ। ਤੇ ਉਹਦਾ ਹੁਕਮ ਵੀ ਉੱਥੋਂ ਬੈਠਾ ਜਦੋਂ ਹੁਕਮ ਜਾਰੀ ਕਰਦਾ ਨਾ ਨਿਰੰਕਾਰ, ਉਹਦਾ ਹੁਕਮ ਵੀ ਮਹਾਰਾਜ ਕਹਿੰਦੇ ਅਟਲ ਵੈ, ਅਮਰ ਵੈ, ਉਹਦਾ ਹੁਕਮ ਮਿਟਿਆ ਨਹੀਂ ਜਾ ਸਕਦਾ, ਉਹ ਵੀ ਸੱਚਾ ਹੈ, ਉਹਦਾ ਹੁਕਮ ਸਦਾ ਰਹਿਣ ਵਾਲਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜ਼ੂਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਬੈਠਦੇ ਤੇ ਮਹਾਰਾਜ ਜੀ ਨੇ ਉਦੋਂ ਨੱਥਾ ਤੇ ਅਬਦੁੱਲਾ ਜਿਹੜੇ ਢਾਡੀ ਸੀ, ਇਹ ਸਤਿਗੁਰਾਂ ਜੀ ਨੇ ਜਿਹੜੇ ਸੀ ਆਪਣੇ ਦਰਬਾਰ ਦੇ ਅੰਦਰ ਢਾਡੀ ਵਾਰਾਂ ਗਾਇਨ ਕਰਨ ਨੂੰ ਰੱਖੇ। ਹਜ਼ੂਰ ਜਦੋਂ ਤਖਤ ਤੇ ਬੈਠਦੇ ਤੇ 20 ਰੱਸੀ ਢਾਡੀ ਵਾਰਾਂ ਦਾ ਗਾਇਨ ਕਰਦੇ। ਸਤਿਗੁਰੂ ਜੀ ਦੇ ਹਜ਼ੂਰ ਜਿਹੜੇ ਦਰਸ਼ਨ ਕਰਨ ਆਉਂਦੇ, ਸੁਣ ਸੁਣ ਕੇ ਉਹਨਾਂ ਦੇ ਅੰਦਰ ਚਾਅ ਪੈਦਾ ਹੁੰਦਾ ਕਿ ਅਸੀਂ ਵੀ ਸੂਰਬੀਰ ਬਣੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਕਾਇਰਪੁਣਾ ਅੰਦਰੋਂ ਨਾਸ਼ ਕਰ ਦਿੱਤਾ, ਬੁਜਦਲਪੁਣਾ ਨਾਸ਼ ਕੀਤਾ ਸੱਚੇ ਪਾਤਸ਼ਾਹ ਨੇ। ਤੇ ਜਦੋਂ ਵੀ ਮਹਾਰਾਜ ਤਖਤ ਤੇ ਸਜਦੇ ਨਾ, ਸਤਿਗੁਰੂ ਜੀ ਦਾ ਜੀਵਨ ਇਤਿਹਾਸ ਪੜ੍ਹੀਏ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀਰ ਆਸਣ ਲਾ ਕੇ ਬੈਠਿਆ ਕਰਦੇ ਸੀ ਸੱਚੇ ਪਾਤਸ਼ਾਹ ਤਖਤ ਦੇ ਉੱਪਰ। ਵੀਰ ਆਸਣ ਬਹੁਤ ਜ਼ਿਆਦੀ ਇਕਾਗਰਤਾ ਦਾ ਅਤੇ ਸਾਧ ਸੰਗਤ ਜੀ ਬੜੀ ਚੁਸਤੀ ਦਾ ਪ੍ਰਤੀਕ ਹੁੰਦਾ ਹੈ, ਕਿਉਂਕਿ ਵੀਰ ਆਸਣ ਦੇ ਅੰਦਰ ਹੀ ਦੁਸ਼ਮਣ ਦੇ ਨਾਲ ਸਤਿਗੁਰੂ ਜੀ ਲੋਹਾ ਲੈਂਦੇ ਹੋਏ ਤੀਰ ਵੀ ਚਲਾਇਆ ਕਰਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਂ ਸਤਿਗੁਰਾਂ ਜੀ ਨੇ ਜੇ ਬਾਣੀ ਵੀ ਆਪਣੇ ਸ਼੍ਰੀ ਕੰਠ ਤੋਂ ਉਚਾਰੀ ਹੈ ਤੇ ਮਹਾਰਾਜ ਦਾ ਜੀਵਨ ਇਤਿਹਾਸ ਕਹਿੰਦਾ ਹੈ ਸਤਿਗੁਰਾਂ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਆਪਣੇ ਕੰਠੋਂ ਜਦੋਂ ਬਾਣੀ ਉਚਾਰੀ ਤਾਂ ਵੀਰ ਆਸਣ ਲਾ ਕੇ ਉਚਾਰੀ ਸੀ ਸੱਚੇ ਪਾਤਸ਼ਾਹ ਜੀ ਨੇ। ਇਉਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤਖਤ ਰਚੇ ਹੈ ਤੇ ਤਖਤ ਰਚ ਕਰਕੇ ਸਤਿਗੁਰਾਂ ਨੇ ਸੱਚੇ ਹੀ ਉਹਦੇ ਤੋਂ ਫਰਮਾਨ ਜਾਰੀ ਕੀਤੇ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਜਿਹੜਾ ਹੈ ਜਿਉਣ ਦੀ ਜਾਚ ਦੱਸੀ ਹੈ ਸੱਚੇ ਪਾਤਸ਼ਾਹ ਨੇ। ਜੇ ਅਕਾਲ ਦੇ ਤਖਤ ਨੂੰ ਕਿਸੇ ਨੇ ਚੁਣੌਤੀ ਦਿੱਤੀ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 4 ਜੰਗਾਂ ਕਰਕੇ ਮੂੰਹ ਪਵਾਇਆ ਸੀ ਉਹਨਾਂ ਦਾ। ਫਿਰ ਉਹੋ ਹੀ ਦਿੱਲੀ ਦੇ ਤਖਤ ਦੇ ਮਾਲਕ ਸ਼ਾਹਜਹਾਨ ਨੂੰ ਹੱਥ ਜੋੜਨੇ ਪਏ ਸੀ ਕਿ ਮਹਾਰਾਜ ਇਹਦੋਂ ਗਾਂ ਮੈਂ ਨਹੀਂ ਗੁਰੂ ਕਿਆਂ ਤੇ ਚੜ੍ਹਾਈ ਕਰਾਂਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖ ਲੋ ਤੀਸਰੇ ਸਰੂਪ 'ਚ ਵਾਕ ਕਹਿ ਰਹੇ ਆ, ਗੁਰਬਾਣੀ ਦੇ ਅਨੁਸਾਰ ਹਨ ਸਤਿਗੁਰੂ ਜੀ ਦੇ ਸਾਰੇ ਪਾਵਨ ਅਸਥਾਨ। ਤੇ ਉਹਨਾਂ ਤੋਂ ਸਾਨੂੰ ਗੁਰਬਾਣੀ ਦਾ ਸੁਨੇਹਾ ਮਿਲਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦਾ ਸੁਨੇਹਾ ਮਿਲਦਾ ਹੈ। ਕੇਵਲ ਪੱਥਰ ਦੀਆਂ ਇੱਟਾਂ ਦੀਆਂ ਇਮਾਰਤਾਂ ਨਹੀਂ ਹਨ ਸਾਡੇ ਅਸਥਾਨ, ਉਥੋਂ ਕੋਈ ਰੱਬੀ ਸੁਨੇਹੇ ਜੀਆਂ ਨੂੰ ਪ੍ਰਾਪਤ ਹੁੰਦੇ ਆ। ਵਾਹਿਗੁਰੂ ਨਾਲ ਜੁੜਨ ਦੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ। ਗੁਰਬਾਣੀ ਰਾਹੀਂ ਤਾਂ ਇਹ ਉਪਦੇਸ਼ ਮਿਲਦਾ ਹੀ ਹੈ। ਸਾਧ ਸੰਗਤ ਜੀ, ਬਣੀਆਂ ਹੋਈਆਂ ਇਮਾਰਤਾਂ ਵੀ ਕੁਝ ਸਾਨੂੰ ਕਹਿੰਦੀਆਂ ਨੇ। ਜਿਹੜੇ ਗੁਰਸਿੱਖ ਸੁਰਤ ਕਰਕੇ ਜਾਗੇ ਹੁੰਦੇ ਆ ਨਾ, ਉਹ ਇਹਨਾਂ ਇਮਾਰਤਾਂ ਦੇ ਵੀ ਕਹੇ ਹੋਏ ਉਪਦੇਸ਼ ਨੂੰ ਆਪਣੇ ਅੰਦਰ ਗ੍ਰਹਿਣ ਕਰ ਲੈਂਦੇ ਆ। ਉਹਨਾਂ ਨੂੰ ਇਹ ਬੋਲਦੀਆਂ ਹੋਈਆਂ ਕੰਧਾਂ ਵੀ ਕੁਝ ਦੱਸ ਦਿੰਦੀਆਂ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਇਹ ਵੀ 5 ਤਖਤਾਂ ਵਿੱਚੋਂ ਇੱਕ ਤਖਤ ਹੈ। ਸਾਧ ਸੰਗਤ ਜੀ, ਇਹ ਜੋ ਕਿਉਂਕਿ ਕਈ ਪੁੱਛਦੇ ਹੁੰਦੇ ਆ ਜਾਣਕਾਰੀ ਵਾਸਤੇ, ਪੰਥ ਨੇ ਫਿਰ ਗੁਰਮਤਾ ਕਰਕੇ ਚੋਜੀ ਪਾਤਸ਼ਾਹ ਜੀ ਦੇ ਅਸਥਾਨ ਜਿਹੜੇ ਸੀ ਉਹਨਾਂ ਨੂੰ ਤਖਤਾਂ ਦੇ ਰੂਪ ਵਿੱਚ ਸਾਧ ਸੰਗਤ ਜੀ ਸ਼ਰਧਾ ਦੇ ਸਹਿਤ ਕਿ ਇਹ ਫੈਸਲਾ ਲਿਆ ਕਿ ਮਹਾਰਾਜ ਦੇ ਪਾਵਨ ਅਸਥਾਨ ਜਿਹੜੇ ਆ ਉਹ ਤਖਤਾਂ ਦੇ ਰੂਪ ਵਿੱਚ ਜਿਹੜੇ ਆ ਅੱਜ ਤੋਂ ਮੰਨੇ ਜਾਣ। ਤੇ ਉਹਨਾਂ ਤੋਂ ਜਿਵੇਂ ਫਰਮਾਨ ਜਾਰੀ ਹੁੰਦਾ ਹੈ ਨਾ ਹਕੂਮਤ ਵੱਲੋਂ, ਇਵੇਂ ਤਖਤ ਤੋਂ ਕਦੇ ਬੇਨਤੀ ਨਹੀਂ ਕੀਤੀ ਜਾਂਦੀ। ਬੇਨਤੀ ਜਿਹੜੀ ਆ ਉਹ ਤਖਤ ਤੋਂ ਨਹੀਂ ਹੁੰਦੀ, ਤਖਤ ਤੋਂ ਸਦਾ ਹੁਕਮ ਹੁੰਦਾ ਹੈ। ਬੇਨਤੀ ਦਾ ਉਵੇਂ ਗੁਰਸਿੱਖ ਨੂੰ ਕਰ ਸਕਦੇ ਆ, ਤੁਸੀਂ ਇਉਂ ਬੇਨਤੀ ਕਰ ਸਕਦੇ ਆ, ਪਰ ਤਖਤ ਬੇਨਤੀ ਨਹੀਂ ਕਦੇ ਕਰਦਾ, ਤਖਤ ਸਦਾ ਹੁਕਮ ਕਰਦਾ ਹੈ। ਤੇ ਹੁਕਮ ਇਉਂ ਹੁੰਦਾ ਜਿਵੇਂ ਧਨੁਸ਼ ਦੇ ਵਿੱਚੋਂ ਤੀਰ ਚੱਲ ਗਿਆ ਹੋਵੇ ਤੇ ਫਿਰ ਵਾਪਸ ਨਹੀਂ ਨਾ ਆਉਂਦਾ, ਚੱਲਿਆ ਵਾਰ। ਇਵੇਂ ਸਾਧ ਸੰਗਤ ਜੀ ਹੁਕਮ ਹੋਇਆ ਜਿਹੜਾ ਹੈ ਨਾ ਉਹ ਚੱਲੇ ਹੋਏ ਤੀਰ ਵਾਂਗ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਪਾਵਨ ਅਸਥਾਨ ਜਿਹੜੇ ਆ, ਇਹਨਾਂ ਨੂੰ ਤਖਤਾਂ ਦੇ ਰੂਪ ਵਿੱਚ ਖਾਲਸਾ ਜਿਹੜਾ ਹੈ ਸਾਧ ਸੰਗਤ ਜੀ ਸਤਿਕਾਰ ਦੇ ਸਹਿਤ ਪੂਜਨ ਕਰਦਾ ਏ।
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਦਾ ਅਸਥਾਨ ਜਿਹੜਾ ਹੈ ਇਹ ਸ੍ਰੀ ਹਰਿਮੰਦਰ ਪਟਨਾ ਸਾਹਿਬ, ਇਹ ਵੀ ਤਖਤ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਅਵਤਾਰ ਧਾਰਿਆ ਹੈ। ਫਿਰ ਤੀਸਰੇ ਤਖਤ ਵਜੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੇ ਮਹਾਰਾਜ ਜੀ ਨੇ ਪੰਥ ਦੀ ਸਿਰਜਣਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਅੰਦਰ। ਫਿਰ ਤਖਤ ਸ੍ਰੀ ਦਮਦਮਾ ਸਾਹਿਬ ਹੈ, ਸਾਬੋ ਕੀ ਤਲਵੰਡੀ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਜੋਤੀ ਜੋਤ ਸਮਾਉਣ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ। ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਮਹਾਰਾਜ ਸਾਹਿਬ ਜੀ ਨੇ ਸੰਕੇਤ ਦਿੱਤਾ ਕਿ ਤੁਸੀਂ ਤਖਤਾਂ ਦੇ ਮਾਲਕ ਹੋ, ਤੁਹਾਨੂੰ ਅਸੀਂ ਭਿਖਾਰੀ ਨਹੀਂ ਬਣਾਇਆ, ਰਾਜੇ ਬਣਾਇਆ ਹੈ। ਖਾਲਸਾ ਸ਼ਬਦ ਦੇ ਅਰਥੀ ਹੁਕਮਰਾਨ ਹਨ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜਾ ਖਾਲਸਾ ਸਾਜਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਹਿਨਸ਼ਾਹ ਸਾਜਿਆ ਹੈ, ਬਾਦਸ਼ਾਹ ਸਾਜਿਆ ਹੈ। ਕਿਉਂਕਿ ਜੇ ਆਪਣਾ ਰੂਪ ਕਿਹਾ ਸੱਚੇ ਪਾਤਸ਼ਾਹ ਜੀ ਨੇ ਤੇ ਫਿਰ ਸਭ ਤੋਂ ਉੱਚਾ ਹੀ ਰੁਤਬਾ ਦਿੱਤਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਸੱਚਾ ਅਮਰ ਸੱਚਾ ਪਾਤਸ਼ਾਹ ਉਹ ਮੇਰਾ ਵਾਹਿਗੁਰੂ ਸਦਾ ਸੱਚਾ ਹੈ, ਜੰਮਣ ਮਰਨ ਤੋਂ ਰਹਿਤ ਹੈ। ਉਹਦਾ ਤਖਤ ਮਹਾਰਾਜ ਕਹਿੰਦੇ ਸੱਚਾ ਹੈ ਤੇ ਉਹਦਾ ਹੁਕਮ ਵੀ ਗੁਰਸਿੱਖੋ ਸਦਾ ਸੱਚਾ ਹੈ। ਸੱਚੇ ਤਖਤ ਤੋਂ ਸੱਚਾ ਹੁਕਮ ਜਾਰੀ ਹੁੰਦਾ ਹੈ। ਮਨ ਸਾਚੈ ਰਾਤੇ ਹਰ ਵਿਪਰਵਾਹੋ, ਜਿਨ੍ਹਾਂ ਦੇ ਮਨ ਸੱਚੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਐ, ਹਰੀ ਉਹਨਾਂ ਨੂੰ ਬੇਪਰਵਾਹ ਕਰ ਦਿੰਦਾ, ਬੇਖਾਹਸ਼ ਕਰ ਦਿੰਦਾ। ਤੇ ਸੰਸਾਰੀ ਹਕੂਮਤਾਂ ਵਾਲੇ ਕਹਿੰਦੇ ਆ ਕਿ ਤੁਸੀਂ ਸਾਡਾ ਡਰ ਮੰਨੋ, ਮਹਾਰਾਜ ਕਹਿੰਦੇ ਮੇਰਾ ਵਾਹਿਗੁਰੂ ਉਹਨਾਂ ਨੂੰ ਬੇਪਰਵਾਹ ਕਰ ਦਿੰਦਾ ਹੈ। ਉਹ ਕਿਸੇ ਦੀ ਪਰਵਾਹ ਕਰਦੇ ਹੀ ਨਹੀਂ। ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਹ, ਉਹ ਤਾਂ ਪਰਮੇਸ਼ਰ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰ ਇਹ ਕਹਿੰਦੇ ਸਾਡੀ ਪਰਵਾਹ ਕਰੋ। ਪਰ ਸਾਧ ਸੰਗਤ ਜੀ ਜਦੋਂ ਇਹ ਪਰਵਾਹ ਕਰਨ ਵਾਸਤੇ ਆਪਣੀ ਹਕੂਮਤ ਦਾ ਜ਼ੋਰ ਦਿਖਾਉਂਦੇ ਆ, ਫਿਰ ਟਕਰਾਅ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜਿਨ੍ਹਾਂ ਦਾ ਮਨ ਪਿਆਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹਨਾਂ ਨੂੰ ਮੇਰਾ ਹਰੀ ਬੇਪਰਵਾਹ ਕਰ ਦਿੰਦਾ ਹੈ, ਕਿਉਂਕਿ ਹਰੀ ਆਪ ਬੇਪਰਵਾਹ ਹੈ, ਵਾਹਿਗੁਰੂ ਆਪ ਬੇਖੌਫ ਹੈ, ਬੇਖਾਹਸ਼ ਹੈ। ਤੇ ਉਹਨਾਂ ਸੱਚੇ ਤਖਤਾਂ ਦੇ ਮਾਲਕਾਂ ਨੂੰ ਕੋਈ ਆ ਛੋਟੇ ਮੋਟੇ ਰਾਜਾਂ ਦਾ ਲਾਲਚ ਦੇ ਕੇ ਭਰਮਾਉਣਾ ਚਾਹੇ ਤੇ ਭਰਮਦੇ, ਕਦੇ ਨਹੀਂ ਭਰਮਦੇ। ਉਹ ਤਾਂ ਕਹਿੰਦੇ ਮਹਾਰਾਜ ਸਾਹਿਬ ਜੀ ਨੇ ਸਾਨੂੰ ਉਸ ਤਖਤ ਦੇ ਵਾਰਸ ਬਣਾਇਆ ਜਿਹਨੂੰ ਕਾਲ ਹੀ ਨਹੀਂ ਵਿਆਪਦਾ। ਇਹਨਾਂ ਤਖਤਾਂ ਦੇ ਉੱਤੇ ਤਾਂ ਕਾਲ ਭਖਣ ਕਰ ਜਾਂਦਾ ਹੈ, ਪਰ ਜਿਹੜਾ ਅਕਾਲ ਦਾ ਤਖਤ ਹੈ ਉਹਨੂੰ ਕਾਲ ਨਹੀਂ ਭਖਣ ਕਰਦਾ। ਸਾਧ ਸੰਗਤ ਜੀ ਜਿਹਦੀ ਪ੍ਰੀਤ ਵਾਹਿਗੁਰੂ ਨਾਲ ਲੱਗ ਗਈ ਹੈ, ਜਿਨੇ ਸੱਚੇ ਹੁਕਮ ਨੂੰ ਆਪਣੇ ਅੰਦਰ ਸਾਧ ਸੰਗਤ ਜੀ ਧਾਰਨ ਕਰ ਲਿਆ ਹੈ, ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਵਾਹਿਗੁਰੂ ਉਹਨੂੰ ਪ੍ਰਾਪਤ ਹੋ ਜਾਂਦਾ ਜੋ ਬੇਖਾਹਸ਼ ਹੈ, ਬੇਪਰਵਾਹ ਹੈ। ਸੱਚਾ ਮਹਲ ਸਚ ਨਾਮ ਸਮਾਹੋ, ਸੱਚੇ ਨਾਮ ਵਿੱਚ ਸਮਾਉਣੇ ਕਰਕੇ ਜਿਹੜਾ ਤੁਰਿਆ ਪਦ ਰੂਪੀ ਸੱਚਾ ਮਹਿਲ ਹੈ ਨਾ, ਉਹਦੇ ਅੰਦਰ ਸਾਧ ਸੰਗਤ ਜੀ ਸਥਿਤੀ ਹੋ ਜਾਂਦੀ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਪ੍ਰਕਾਰ ਹੀ ਸੱਚਾ ਮਹਲ ਸਚ ਨਾਮ ਸਮਾਹੋ, ਸੱਚੇ ਮਹਿਲ ਤੁਰਿਆ ਪਦ ਦੇ ਅੰਦਰ, ਸੱਚੇ ਮਹਿਲ ਸਰੂਪ ਰੂਪੀ ਮਹਿਲ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਜਦੋਂ ਵਾਸ ਹੁੰਦਾ ਹੈ ਤੇ ਨਾਮ ਦਾ ਸਮਾਹੋ ਸਮਾਹੜਾ ਆਨੰਦ ਪ੍ਰਾਪਤ ਹੁੰਦਾ ਹੈ। ਇਨ੍ਹਾਂ ਨਾਮ ਦਾ ਸਮਾਹੜਾ ਦਾ ਅਰਥ ਹੁੰਦਾ ਹੈ ਆਨੰਦ, ਸੁਖ। ਇਹੋ ਜਿਹਾ ਉਹਨਾਂ ਨੂੰ ਆਨੰਦ ਆਉਂਦਾ ਹੈ ਕਿ ਬਿਰਤੀ ਤੁਰਿਆ ਪਦ ਦੇ ਅੰਦਰ ਬ੍ਰਹਮ ਗਿਆਨ ਦੇ ਵਿੱਚ ਅਸਥਿਤ ਹੋ ਜਾਂਦੀ ਆ। ਸੁਣ ਮਨ ਮੇਰੇ ਸ਼ਬਦ ਵਿਚਾਰ, ਇਸ ਕਰਕੇ ਹੈ ਮੇਰੇ ਮਨਾ ਤੂੰ ਵੀ ਗੁਰੂ ਸਾਹਿਬ ਜੀ ਦੀ ਸਿੱਖਿਆ ਸੁਣਿਆ ਕਰ, ਤੈਨੂੰ ਵੀ ਇਹ ਦਾਤ ਪ੍ਰਾਪਤ ਹੋਵੇ ਪ੍ਰੇਮ ਦੀ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਪ੍ਰਬੋਧਦੇ ਐ, ਸੁਣ ਮਨ ਮੇਰੇ ਸ਼ਬਦ ਵਿਚਾਰ। ਹੈ ਮੇਰੇ ਮਨਾ ਤੂੰ ਵੀ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਵਿਚਾਰ ਸੁਣ ਲੈ, ਸ਼ਰਧਾ ਰੂਪੀ ਕੰਨਾਂ ਨਾਲ ਸੁਣ, ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ, ਤੈਨੂੰ ਵੀ ਇਹ ਸੱਚੇ ਹੁਕਮ ਨੂੰ ਮੰਨਣ ਦੀ ਦਾਤ ਪ੍ਰਾਪਤ ਹੋ ਜਾਏਗੀ। ਜੋ ਵਾਹਿਗੁਰੂ ਦਾ ਹੁਕਮ ਸਤ ਰੂਪ ਵਿੱਚ ਵਰਤ ਰਿਹਾ ਨਾ, ਉਹਦੇ ਤੇ ਤੈਨੂੰ ਨਿਸ਼ਚਾ ਆ ਜਾਵੇਗਾ।
ਤੇਰੇ ਅੰਦਰ ਵੀ ਪ੍ਰੇਮ ਦਾ ਸੋਮਾ ਪ੍ਰਗਟ ਹੋਵੇਗਾ। ਪਰ ਇਹ ਹੈ ਕਿ ਤੂੰ ਸੁਣ ਤਾਂ ਸਹੀ ਮਹਾਰਾਜ ਦੀ ਸ਼ਬਦ ਵਿਚਾਰ, ਸ਼ਬਦ ਦੀ ਕਥਾ ਸੁਣ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਕੀਰਤਨ ਸੁਣ। ਜੇ ਸੁਣੇਗਾ ਤੇ ਤੈਨੂੰ ਵੀ ਇਹ ਪ੍ਰੇਮ ਦਾ ਪ੍ਰਸਾਦ ਪ੍ਰਾਪਤ ਹੋਵੇਗਾ। ਰਾਮ ਜਪਹੁ ਭਵ ਜਾਲ ਉਤਰਹੁ ਪਾਰ। ਵਾਹਿਗੁਰੂ ਦਾ ਨਾਮ ਜਪੋ। ਮਹਾਰਾਜ ਕਹਿੰਦੇ ਜਿਹੜਾ ਭਵਜਲ ਸੰਸਾਰ ਸਮੁੰਦਰ ਵੈ, ਇਹਦੇ ਤੋਂ ਫਿਰ ਪਾਰ ਉਤਰ ਜਾਓਗੇ। ਇਹ ਮਹਾਰਾਜ ਦੇ ਸ਼ਬਦ ਦੀ ਵਿਚਾਰ ਵਿੱਚੋਂ ਪ੍ਰਾਪਤ ਹੁੰਦਾ ਹੈ। ਸੰਸਾਰ ਤਾਂ ਕਹਿੰਦਾ ਹੈ ਕਿ ਮਾਇਆ ਇਕੱਠੀ ਕਰ ਲਓ, ਸੰਸਾਰ ਤਾਂ ਕਹਿੰਦਾ ਆਪ ਦਾ ਵਜੂਦ ਜਿਹੜਾ ਉਹ ਸੰਸਾਰ ਦੇ ਅੰਦਰ ਪ੍ਰਗਟ ਕਰੋ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ਼ਬਦ ਦੀ ਵਿਚਾਰ ਵਿੱਚੋਂ ਇਹ ਲੱਭਦਾ ਹੈ ਗਿਆਨ ਕਿ ਰਾਮ ਜਪੋ, ਨਾਮ ਜਪੋ, ਜਿਸ ਕਰਕੇ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਓਗੇ। ਸੰਸਾਰ ਦੀਆਂ ਸਾਰੀਆਂ ਰੀਤਾਂ ਸੰਸਾਰ ਵਿੱਚ ਡੋਬਣ ਦਾ ਕਾਰਨ ਬਣਦੀਆਂ। ਜਿੰਨੀਆਂ ਸਿੱਖਿਆਵਾਂ ਸੰਸਾਰ ਦੀਆਂ, ਜਿੰਨੀਆਂ ਅਕਲਾਂ, ਜਿੰਨੀਆਂ ਸਮਝਾਂ, ਇਹ ਸਭ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਡੋਬਣ ਦਾ ਹੀ ਕਾਰਨ ਬਣਦੀਆਂ। ਕੇਵਲ ਤੇ ਕੇਵਲ ਮਹਾਰਾਜ ਦੇ ਸ਼ਬਦ ਵਿੱਚੋਂ ਜਿਹੜੀ ਵਿਚਾਰ ਮਿਲਦੀ ਹੈ ਉਹਦੇ ਤੋਂ ਹੀ ਲੱਭਦਾ ਹੈ ਕਿ ਨਾਮ ਜਪ ਲੈ, ਸਮਾਂ ਅਜਾਈ ਜਾ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਰਾਮ ਸਿਮਰ ਪਿਆਰੇ। ਸਤਿਗੁਰੂ ਕਹਿੰਦੇ ਪਿਆਰੇ ਰਾਮ ਦਾ ਨਾਮ ਬਾਣੀ ਕਰਕੇ ਸਿਮਰ ਲੈ, ਮਨ ਕਰਕੇ ਸਿਮਰ ਲੈ। ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਕਿਹਾ ਕਹੋ ਕਹਾਂ ਬਾਰ ਬਾਰ ਸਮਝਤ ਨਾ ਹੈ ਕਿਉਂ ਗਵਾਰ। ਮਹਾਰਾਜ ਕਹਿੰਦੇ ਮੂਰਖ ਮਨਾ ਕਿਉਂ ਨਹੀਂ ਸਮਝਦਾ, ਤੈਨੂੰ ਬਾਰ ਬਾਰ ਇਹ ਸਿੱਖਿਆ ਦਿੱਤੀ ਹੈ ਕਿਉਂਕਿ ਕਾਲ ਤੋਂ ਪਹੁੰਚਿਓ ਆਨ ਕਹਾਂ ਜਾ ਹੈ ਭਾਜ ਰੇ। ਤੂੰ ਸੋਚਦਾ ਬੜੀ ਲੰਮੀ ਉਮਰ ਹੈ, ਕਾਲ ਤਾਂ ਪਹੁੰਚਿਆ ਹੀ ਖੜਾ ਆ ਕਰਕੇ, ਭੱਜ ਕੇ ਕਿੱਥੇ ਚਲਿਆ ਜਾਵੇਂਗਾ। ਇਸ ਕਰਕੇ ਰਾਮ ਸਿਮਰ, ਇਹ ਤੇਰਾ ਕਾਜ ਹੈ, ਇਹੀ ਤੇਰੇ ਕੰਮ ਹੈ। ਤੂੰ ਆਉਣਾ ਤੇ ਹੋਰ ਕਿਹੜੇ ਕੰਮ ਆਇਆ ਇਸ ਸੰਸਾਰ ਦੇ ਅੰਦਰ। ਸਤਿਗੁਰੂ ਜੀ ਕਹਿੰਦੇ ਰਾਮ ਦਾ ਭਜਨ ਕਰ ਲੈ, ਜਿਸ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਂਗਾ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਭਰਮੇ ਆਵੈ ਭਰਮੇ ਜਾਏ। ਹਜ਼ੂਰ ਕਹਿੰਦੇ ਭਰਮ ਨਹੀਂ ਨਾ ਮਿਟਦਾ, ਇਸ ਕਰਕੇ ਜਿਹੜਾ ਜਨਮ ਹੈ ਨਾ ਇਹ ਵੀ ਭਰਮ 'ਚ ਹੀ ਹੁੰਦਾ ਹੈ ਜੀਵ ਦਾ। ਤੇ ਜਦੋਂ ਜਨਮ ਹੁੰਦਾ ਹੈ ਤੇ ਫਿਰ ਵੀ ਪੂਰੇ ਗੁਰੂ ਜੀ ਦੇ ਲੜ ਲੱਗ ਕਰਕੇ ਭਰਮ ਨਹੀਂ ਦੂਰ ਕਰਦਾ, ਮਰ ਕੇ ਫਿਰ ਭਰਮ ਦੇ ਅਨੁਸਾਰ ਹੀ ਜੂਨਾਂ 'ਚ ਚਲਿਆ ਜਾਂਦਾ ਹੈ। ਭਰਮ ਹੈ ਜਿਹੜਾ ਸਰੂਪ ਦਾ ਪਿਆ ਹੋਇਆ, ਉਹ ਨਹੀਂ ਅੰਦਰੋਂ। ਮਹਾਰਾਜ ਕਹਿੰਦੇ ਜਦੋਂ ਭਰਮ ਗਿਆ ਆਪਣੇ ਆਪ ਨੂੰ ਹੀ ਜਣਾਇਆ ਤੇ ਫਿਰ ਭਰਮ ਜਿਹੜਾ ਹੈ ਉਹ ਜਨਮ ਦਿੰਦਾ ਹੈ। ਜਨਮ ਤੇ ਜਨਮ ਭਰਮ ਕਰਕੇ ਹੋ ਹੀ ਚਲਿਆ ਜਾਂਦਾ ਹੈ। ਤੇ ਫਿਰ ਭਰਮ ਮਿਟਣਾ ਚਾਹੀਦਾ ਨਾ। ਜਦੋਂ ਤੂੰ ਜਨਮ ਧਾਰਨ ਕੀਤਾ, ਭਰਮ ਨੂੰ ਨਾਸ਼ ਕਰਨ ਦਾ ਯਤਨ ਕਰ, ਜਿਸ ਕਰਕੇ ਕਿ ਤੇਰਾ ਜਨਮ ਨਾ ਹੋਵੇ। ਪਰ ਫਿਰ ਵੀ ਜਨਮ ਲੈ ਕੇ ਅਜਾਈ ਗਵਾਤਾ, ਫਜ਼ੂਲ ਵਕਾਰਾਂ ਵਿੱਚ, ਔਗਣਾ ਪਾਪਾਂ ਵਿੱਚ ਗਵਾਤਾ। ਜਦੋਂ ਭਰਮ ਨਹੀਂ ਨਾਸ਼ ਹੋਇਆ ਤੇ ਮਹਾਰਾਜ ਕਹਿੰਦੇ ਭਰਮ ਕਰਕੇ ਮਰ ਕੇ ਫਿਰ ਚਲਿਆ ਜਾਂਦਾ ਹੈ ਸੰਸਾਰ ਤੋਂ। ਫਿਰ ਜਿਹੋ ਜੇ ਕਰਮ ਕੀਤੇ ਉਹੋ ਜੀਆਂ ਜੂਨਾਂ ਭੋਗਦਾ ਹੈ। ਭਰਮੇ ਆਵੈ, ਜਨਮ ਲੈ ਕੇ ਆਉਂਦਾ ਤੇ ਉਹ ਭਰਮ ਹੀ ਹੈ ਅੰਦਰ, ਮਿਟਿਆ ਨਹੀਂ ਨਾ, ਤੇ ਜਨਮ ਹੋ ਗਿਆ। ਤੇ ਜਦੋਂ ਸੇਵਾ ਨਾ ਕੀਤੀ, ਸਿਮਰਨ ਨਾ ਕੀਤਾ, ਭਰਮ ਦਾ ਹੀ ਬੱਝਾ ਹੋਇਆ ਮਰ ਕੇ ਚਲਿਆ ਗਿਆ। ਇਹੋ ਜਗ ਜਨਮਿਆ ਦੂਜਾ ਭਾਏ। ਮਹਾਰਾਜ ਕਹਿੰਦੇ ਇਹ ਦੂਜਾ ਭਾਵ ਹੈ ਨਾ ਜਿਹੜਾ ਪਰਮੇਸ਼ਰ ਦੀ ਪ੍ਰੀਤ ਤੋਂ ਬਿਨਾ ਸੰਸਾਰ ਦਾ ਰਸ ਜਿਹੜਾ ਹੈ, ਇਹਦੇ ਕਰਕੇ ਜੀਵ ਪੁਣਾ ਪੈਦਾ ਹੋ ਰਿਹਾ ਹੈ। ਅਸਲ ਵਿੱਚ ਜੀਵ ਪੁਣਾ ਫਿਰ ਹੈ ਹੀ ਨਹੀਂ, ਸੁੱਧ ਬ੍ਰਹਮ ਰੂਪ ਹੈ ਸਭ ਕੁਝ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਗਿਆਨ ਦੀ ਦਾਤ ਬਖਸ਼ੀ ਹੈ ਨਾ, ਉਹ ਸਾਧ ਸੰਗਤ ਜੀ ਕਹਿੰਦੇ ਸਭੈ ਘਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਉਹਨਾਂ ਵਾਸਤੇ ਤਾਂ ਸਭ ਥਾਵਾਂ ਤੇ ਪਰਮੇਸ਼ਰ ਦਾ ਸਰੂਪ ਹੀ ਪ੍ਰਗਟ ਹੋ ਗਿਆ, ਸੁੱਧ ਸਰੂਪ ਹੈ। ਪਰ ਜੀਵ ਨੂੰ ਦਵੈਤ ਵਿੱਚ ਇੱਛਾ ਲੱਗੀ ਹੋਈ ਹੈ, ਦੂਜੇ ਭਾਵ ਵਿੱਚ ਪ੍ਰੇਮ ਲੱਗਾ ਹੋਇਆ ਹੈ। ਮਹਾਰਾਜ ਕਹਿੰਦੇ ਜਗਤ ਦਾ ਜਨਮ ਹੀ ਦੂਜੇ ਭਾਵ ਤੋਂ ਹੁੰਦਾ, ਦਵੈਤ ਤੋਂ ਜਗਤ ਵੈ, ਦਵੈਤ ਮਿਟ ਗਈ। ਮਹਾਰਾਜ ਕਹਿੰਦੇ ਸੰਸਾਰ ਜਿਹੜਾ ਤੂੰ ਵੇਖਦਾ ਹੈ ਹਰ ਕਾ ਰੂਪ ਹੈ, ਇਹ ਤਾਂ ਹਰੀ ਦਾ ਰੂਪ ਹੈ ਆਪਣਾ। ਪਰਮੇਸ਼ਰ ਨੇ ਸਰਗੁਣ ਰੂਪ ਵਿੱਚ ਆਪ ਦਾ ਆਕਾਰ ਬਣਾ ਕੇ ਤੈਨੂੰ ਦਿਖਾਇਆ, ਪਰ ਤੂੰ ਇਹਨੂੰ ਸੰਸਾਰ ਸਮਝਿਆ ਹੈ। ਸੰਸਾਰ ਦਾ ਜਨਮ ਹੀ ਦਵੈਤ ਭਾਵ ਤੋਂ ਹੁੰਦਾ ਹੈ ਕਿ ਆ ਮੇਰਾ ਹੈ, ਇਹ ਪਰਾਇਆ ਹੈ।
ਇਹ ਸਾਡਾ ਜਿਹੜਾ ਹੈ ਮਿੱਤਰ ਵੈ, ਇਹ ਦੁਸ਼ਮਣ ਵੈ। ਇਸ ਤਰ੍ਹਾਂ ਇਹ ਉੱਚਾ ਨੀਵਾਂ ਮਾੜਾ ਚੰਗਾ ਸਭ ਕੁਝ ਦਵੈਤ ਕਰਕੇ ਪ੍ਰਤੀਤ ਹੋ ਰਿਹਾ ਹੈ। ਪਰਮੇਸ਼ਰ ਵਿੱਚ ਪ੍ਰੀਤ ਨਹੀਂ, ਸੰਸਾਰ ਦੀ ਕਿੰਨੀ ਸਮਝ ਚੱਕੀ ਫਿਰਦਾ ਹੈ। ਜੇ ਦੁਨੀਆ ਦੇ ਬਾਬਤ ਪੁੱਛੋ ਤੇ ਬਹੁਤ ਅਕਲ ਨਾਲ ਗੱਲ ਕਰ ਕਰਕੇ ਦੱਸਣਗੇ, ਤੇ ਜੇ ਜਪਜੀ ਸਾਹਿਬ ਪੁੱਛੀਏ ਤਾਂ ਉਹਦੇ 'ਚ ਸਾਰੀਆਂ ਗਲਤੀਆਂ ਹੀ ਗਲਤੀਆਂ। ਇੰਨੀਆਂ ਉਮਰਾਂ ਲੰਘ ਗਈਆਂ, ਗੁਰੂ ਜੀ ਦੀ ਬਾਣੀ ਨਹੀਂ ਕੰਠ ਕੀਤੀ, ਸੁੱਧ ਨਹੀਂ ਕੀਤੀ, ਤੇ ਨਾਮ ਦੀ ਬਾਬਤ ਕੁਛ ਵੀ ਸੋਝੀ ਹੈ ਨਹੀਂ। ਭਾਵੇਂ ਕਿ ਗੱਲਾਂ ਪੜ੍ਹ ਕੇ ਬੜੀਆਂ ਕਹਿਣ ਨੂੰ ਸਿੱਖ ਲਈਆਂ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਦਵੈਤ ਨਹੀਂ ਮਰੀ ਅੰਦਰੋਂ। ਤੇ ਦੂਜਾ ਭਾਵ ਹੀ ਸੰਸਾਰ ਨੂੰ ਜਨਮ ਦਿੰਦਾ ਹੈ। ਸੰਸਾਰ ਦੀ ਫਿਰ ਰਚਨਾ ਉਹਦੇ ਵਿੱਚ ਹੀ ਲੱਗਾ ਰਹਿੰਦਾ। ਮਹਾਰਾਜ ਕਹਿੰਦੇ ਇਸੇ ਕਰਕੇ ਕਿ ਇਹਦੇ ਅੰਦਰੋਂ ਦੂਜਾ ਭਾਵ ਜਿਹੜਾ ਹੈ ਸੰਸਾਰ ਦਾ ਮੋਹ, ਇਹ ਨਹੀਂ ਮਰਦਾ ਹੈ, ਦਵੈਤ ਲੱਗੀ ਰਹਿੰਦੀ ਆ। ਮਨਮੁਖ ਨਾ ਚੇਤੈ ਆਵੈ ਜਾਏ। ਮਨਮੁਖ ਚੇਤੇ ਨਹੀਂ ਕਰਦਾ ਵਾਹਿਗੁਰੂ ਜੀ ਦੇ ਨਾਮ ਨੂੰ, ਜਨਮ ਲੈ ਕੇ ਆਉਂਦਾ ਤੇ ਮਰ ਮਰ ਕੇ ਚਲੇ ਜਾਂਦਾ ਏ। ਆਪ ਭੁਲਾ ਕੇ ਪ੍ਰਭ ਆਪ ਭੁਲਾਇਆ। ਸਿੱਖਾਂ ਨੇ ਪ੍ਰਸ਼ਨ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਇਸ ਪੰਕਤੀ ਦੇ ਅੰਦਰ, ਮਹਾਰਾਜ ਆਪ ਭੁੱਲਾ, ਇਹ ਜੀਵ ਆਪ ਭੁੱਲ ਗਿਆ ਵਾਹਿਗੁਰੂ ਜੀ ਦੇ ਸਰੂਪ ਵੱਲੋਂ ਕਿ ਪ੍ਰਭ ਆਪ ਭੁਲਾਇਆ, ਕਿ ਪ੍ਰਭੂ ਨੇ ਆਪ ਇਸ ਨੂੰ ਭੁਲਾ ਛੱਡਿਆ। ਹਜੂਰ ਉੱਤਰ ਦਿੰਦੇ ਆ ਇਸੇ ਪ੍ਰਕਾਰ ਹੀ, ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ। ਮਹਾਰਾਜ ਕਹਿੰਦੇ ਆਪ ਭੁੱਲਾ ਤਾਂ ਵੀ ਅਵਿਦਿਆ ਕਰਕੇ, ਆਪਣੇ ਔਗਣਾ ਪਾਪਾਂ ਕਰਕੇ, ਮਹਾਰਾਜ ਕਹਿੰਦੇ ਅਗਿਆਨ ਕਰਕੇ ਭੁੱਲਿਆ ਹੋਇਆ ਹੈ। ਕਿ ਜਾਂ ਪ੍ਰਭੂ ਨੇ ਵੀ ਭੁਲਾਇਆ ਤਾਂ ਇਹਦੀ ਕਰਨੀ ਕਰਕੇ ਹੀ ਭੁਲਾਇਆ ਹੈ, ਇਹਦੀ ਕਰਨੀ ਨਹੀਂ ਚੰਗੀ। ਨਖਿੱਧ ਕਰਮਾਂ ਨੂੰ ਇਹਨੇ ਕੀਤਾ ਹੈ, ਕਿਉਂਕਿ ਉਹ ਤਾਂ ਫਲ ਵਰਦਾਤਾ ਹੈ ਨਾ। ਜਦੋਂ ਕਰਦਾ ਹੀ ਔਗਣ ਮੈਂ ਪਾਪ ਕਰਦਾ ਹੈ, ਤੇ ਪ੍ਰਭੂ ਨੇ ਵੀ ਇਹਦੀ ਕਰਨੀ ਮੁਤਾਬਕ ਹੀ ਇਹਨੂੰ ਭੁਲਾ ਛੱਡਿਆ। ਜਿਹੋ ਜਿਹਾ ਮੂੰਹ ਉਹੋ ਜੀ ਚਪੇੜ ਮਾਰ ਛੱਡੀ ਹੈ। ਮਹਾਰਾਜ ਕਹਿੰਦੇ ਨੇ ਜੇ ਆਪ ਭੁੱਲਿਆ ਹੈ ਤਾਂ ਵੀ ਅਗਿਆਨ ਕਰਕੇ ਭੁੱਲਿਆ ਹੈ, ਜੇ ਪ੍ਰਭੂ ਨੇ ਵੀ ਭੁਲਾਇਆ ਤੇ ਇਹਦੇ ਔਗਣਾ ਪਾਪਾਂ ਦੇ ਕਰਮਾਂ ਕਰਕੇ ਹੀ ਵਾਹਿਗੁਰੂ ਨੇ ਆਪ ਦੇ ਸਰੂਪ ਵੱਲੋਂ ਭੁਲਾ ਛੱਡਿਆ ਏ। ਇਹੋ ਜਿਉ ਵਿਡਾਣੇ ਚਾਕਰੇ ਲਾਇਆ। ਸੱਚੇ ਪਾਤਸ਼ਾਹ ਜੀ ਇਹਦੀ ਕਰਨੀ ਕਿਹੋ ਜੀ ਹੈ ਫਿਰ ਗਰੀਬ ਨਵਾਜੋ, ਕਿਰਪਾ ਕਰਕੇ ਦੱਸੋ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਫਿਰ ਪੜ੍ਹ ਦਿਓ। ਇਹੋ ਜਿਉ ਵਿਡਾਣੇ ਚਾਕਰੇ ਲਾਇਆ। ਵਡਾਣੀ ਜਿਹੜੀ ਪਰਾਈ ਚਾਕਰੀ ਹੈ ਨਾ, ਮਹਾਰਾਜ ਕਹਿੰਦੇ ਇਹਨੇ ਆਪਣਾ ਜੀਓ ਮਨ ਜਿਹੜਾ ਹੈ ਨਾ ਪਰਾਈ ਚਾਕਰੀ ਵਿੱਚ ਲਾ ਛੱਡਿਆ। ਇੱਕ ਪਰਮੇਸ਼ਰ ਦੀ ਚਾਕਰੀ ਛੱਡ ਕਰਕੇ, ਇੱਕ ਨਾਮ ਜਪਣਾ ਛੱਡ ਕਰਕੇ, ਜਾ ਕਰਕੇ ਨਾ ਗੁੱਗੇ ਦੇ ਉੱਤੇ ਪੂਜਾ ਕਰ ਲੈਂਦਾ ਹੈ, ਤੇ ਮੂਰਤੀਆਂ ਅੱਗੇ ਜਾ ਕਰਕੇ ਸੰਧੂਰ ਜਿਹੜਾ ਹੈ ਧੂੜ ਲੈਂਦਾ ਹੈ, ਪਰ ਪਰਮੇਸ਼ਰ ਦਾ ਪੂਜਨ ਨਹੀਂ ਕਰਦਾ। ਵਾਹਿਗੁਰੂ ਦੀ ਚਾਕਰੀ ਛੱਡ ਦਿੱਤੀ ਹੈ। ਤੇ ਹੋਰ ਜਿੰਨੇ ਵੀ ਸਾਧ ਸੰਗਤ ਜੀ ਕੋਈ ਢੋਲ ਢਮੱਕਾ ਸਰਵਰ ਦਾ, ਇਹ ਸਾਰੀਆਂ ਹੀ ਪੂਜਾ ਕਰਦਾ ਹੈ, ਤੇ ਫਿਰ ਉਹਦਾ ਲਾਭ ਕੀ ਮਿਲਣਾ ਹੈ? ਪ੍ਰਭੂ ਵੱਲੋਂ ਭੁੱਲਿਆ ਹੀ ਰਹਿੰਦਾ ਹੈ, ਬੇਮੁਖ ਹੋਇਆ ਹੀ ਰਹਿੰਦਾ ਹੈ। ਕਿੰਨੇ ਜਨਮ ਲਈ ਜਾਵੇ, ਜਿੰਨਾ ਚਿਰ ਇੱਕ ਅਕਾਲ ਦਾ ਪੁਜਾਰੀ ਨਾ ਬਣਿਆ ਛੁੱਟ ਨਹੀਂ ਸਕਦਾ ਹੈ। ਸਤਿਗੁਰੂ ਗਰੀਬ ਨਵਾਜ ਕਹਿੰਦੇ ਆ, ਇਹਨੇ ਆਪਣਾ ਜਿਹੜਾ ਜੀਓ ਹੈ ਨਾ ਮਨ ਆਪਣਾ, ਇਹ ਵਡਾਣੀ ਪਰਾਈ ਚਾਕਰੀ ਵਿੱਚ ਲਾ ਛੱਡਿਆ ਹੈ। ਤੇ ਕਿੰਨਾ ਕਿੰਨਾ ਲੋਕ ਜਿਹੜੇ ਆ ਕਰਮ ਕਾਂਡ ਕਰੀ ਜਾਂਦੇ ਆ, ਫਲ ਕੱਖ ਵੀ ਨਹੀਂ ਮਿਲਦਾ। ਪੱਥਰ ਦੀ ਪੂਜਾ ਨਾਲ ਆਪ ਵੀ ਮਨ ਪੱਥਰਾਂ ਵਰਗੇ ਹੀ ਹੋ ਜਾਂਦੇ ਆ, ਕਠੋਰ। ਕਿੰਨੇ ਕਿੰਨੇ ਸਾਧ ਸੰਗਤ ਜੀ ਫਿਰ ਸਰੀਰਕ ਕਸ਼ਟ ਵਾਲੇ ਵੀ ਕਰਮ ਕਰਦੇ ਆ, ਤੇ ਕੌਡੀ ਮੁੱਲ ਨਹੀਂ ਉਹਨਾਂ ਦਾ ਪੈਂਦਾ। ਸਤਿਗੁਰੂ ਜੀ ਕਹਿੰਦੇ ਆ ਕਿ ਵਾਹਿਗੁਰੂ ਜੀ ਦੀ ਚਾਕਰੀ ਛੱਡ ਦਿੱਤੀ ਹੈ, ਤੇ ਭੁੱਲ ਗਿਆ ਪਰਮੇਸ਼ਰ ਦੀ ਪੂਜਾ ਵੱਲੋਂ, ਤੇ ਦਰ ਦਰ ਦੀਆਂ ਫਿਰ ਚਾਕਰੀਆਂ ਕਰਦਾ ਫਿਰਦਾ ਹੈ। ਵਡਾਣੀ ਪਰਾਈ ਚਾਕਰੀ ਵਿੱਚ ਜੀਵ ਨੇ ਆਪ ਦਾ ਮਨ ਜਿਹੜਾ ਲਾ ਲਿਆ ਹੈ। ਮਹਾ ਦੁਖ ਖੱਟੇ ਬਿਰਥਾ ਜਨਮ ਗਵਾਇਆ। ਹਜੂਰ ਕਹਿੰਦੇ ਨੇ ਮਹਾ ਦੁੱਖ ਖੱਟੇ, ਪਹਾੜੀ ਦੁੱਖ ਜਿਹੜਾ ਜੰਮਣ ਮਰਨ ਦਾ, ਉਹਦਾ ਹੀ ਲਾਭ ਫਿਰ ਮਿਲਦਾ ਇਹਨੂੰ। ਕਿਉਂਕਿ ਜਿਨ੍ਹਾਂ ਦੀ ਚਾਕਰੀ ਵਿੱਚ ਆਪਣਾ ਮਨ ਲਾਇਆ ਹੋਇਆ, ਉਹ ਤਾਂ ਆਪ ਨਹੀਂ ਮੁਕਤ ਹੋਏ, ਤੇ ਚਾਕਰ ਨੂੰ ਕਿੱਥੋਂ ਮੁਕਤ ਕਰ ਦੇਣਗੇ? ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਜਿਹੜੀ ਸਾਹਿਬ ਦੇ ਘਰ ਵੱਥ ਹੋਵੇ, ਸੋ ਨਫਰੈ ਹੱਥ ਆਵੇ। ਤੇ ਮਾਲਕ ਦੇ ਹੱਥ ਘਰ ਦੇ ਵਿੱਚ ਜੇ ਕੋਈ ਵਸਤੂ ਹੋਵੇ, ਤੇ ਉਹੋ ਹੀ ਉਹਦੇ ਨਫਰ ਸੇਵਕ ਦੇ ਹੱਥ ਆ ਸਕਦੀ ਹੈ ਨਾ। ਤੇ ਜੇ ਮੁਕਤੀ ਹੈ ਹੀ ਨਹੀਂ ਉਹਨਾਂ ਕੋਲ, ਤੇ ਕਿੱਥੋਂ ਦੇ ਦੇਣਗੇ?
ਇਸ ਕਰਕੇ ਮਹਾਰਾਜ ਜੀ ਕਿਹਾ ਮਹਾ ਦੁੱਖ ਖੱਟੇ, ਬਹੁਤ ਵੱਡਾ ਜੰਮਣ ਮਰਨ ਦਾ ਹੀ ਦੁੱਖ ਖੱਟ ਲੈਂਦਾ ਹੈ। ਕਿਉਂਕਿ ਜਿਹੜਾ ਕਰਮ ਕਰਦੇ ਉਹਦੀ ਖੱਟੀ ਵੀ ਫਿਰ ਮਿਲਦੀ ਹੈ ਨਾ। ਨਾਮ ਜਪੋਗੇ ਤੇ ਲਾਭ ਮਿਲਣਾ ਹੀ ਹੈ। ਜੋ ਨਿਰੰਕਾਰ ਦੀ ਪੂਜਾ ਦਾ ਲਾਭ ਹੈ, ਜੰਮਣ ਮਰਨ ਤੋਂ ਮੁਕਤ ਹੋਣ ਦੀ ਖੱਟੀ ਖੱਟ ਲੈਣੀ ਹੈ। ਤੇ ਜਿਹੜੀ ਵਡਾਣੀ ਚਾਕਰੀ ਹੈ, ਭੂਤਾਂ ਪ੍ਰੇਤਾਂ ਦੀ ਪੂਜਾ ਕਰਨੀ ਹੈ। ਸਾਧ ਸੰਗਤ ਜੀ ਜਾ ਕਰਕੇ ਉਹ ਕਈ ਭੈਰੋਂ ਦੀ ਪੂਜਾ ਕਰਦੇ ਐ, ਕਈ ਬੜਾ ਵੀਰਵਾਰ ਨੂੰ ਤੇਲ ਪਾਉਂਦੇ ਐ, ਬਥੇਰੀ ਇਸ ਤਰ੍ਹਾਂ ਦੀ ਅਨੰਤੀ ਪੂਜਾ ਕਰੀ ਜਾਂਦੇ ਐ। ਕੋਈ ਤਾਂ ਪਾਣੀ ਦੀ ਪੂਜਾ ਕਰੀ ਜਾਂਦਾ, ਕੋਈ ਰੁੱਖਾਂ ਦੀ ਪੂਜਾ ਕਰੀ ਜਾਂਦਾ। ਧੰਨ ਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਿੱਤਰ ਨਾਟਕ ਵਿੱਚ ਉਹਨਾਂ ਦਾ ਜ਼ਿਕਰ ਕੀਤਾ। ਸਤਿਗੁਰੂ ਜੀ ਕਹਿੰਦੇ ਭਾਈ ਫੋਕਟ ਧਰਮ ਸਾਰੇ, ਕੌਡੀ ਕੰਮ ਨਹੀਂ ਆਉਂਦੇ, ਕੋਈ ਵੀ ਇਹਨਾਂ ਨਾਲ ਕਾਰਜ ਨਹੀਂ ਸੌਰਦਾ ਹੈ ਮੁਕਤੀ ਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਹਾ ਦੁੱਖ, ਜੰਮਣ ਮਰਨ ਦਾ ਦੁੱਖ ਅਥਵਾ ਜਮਾਂ ਦੀ ਮਾਰ ਦਾ ਵੱਡਾ ਦੁੱਖ ਜੀਵ ਜਿਹੜਾ ਇਹੋ ਹੀ ਖੱਟਦਾ ਹੈ। ਉਥੋਂ ਫਿਰ ਜਮਾਂ ਦੀ ਮਾਰ ਨਹੀਂ ਗਲੋਂ ਲੈਂਦੀ ਹੈ। ਤੇ ਮਹਾਰਾਜ ਨੇ ਕਿਹਾ ਬਿਰਥਾ ਜਨਮ ਗਵਾਏ, ਜਨਮ ਜਿਹੜਾ ਸਾਰਾ ਵਿਅਰਥ ਗਵਾ ਲੈਂਦਾ ਹੈ। ਕਿਰਪਾ ਕਰ ਸਤਿਗੁਰੂ ਮਿਲਾਏ, ਜੇ ਕਿਰਪਾ ਕਰ ਦੇਵੇ ਮੇਰਾ ਵਾਹਿਗੁਰੂ ਤੇ ਪੂਰੇ ਸਤਿਗੁਰੂ ਜੀ ਦਾ ਕਿਤੇ ਮਿਲਾਪ ਮਿਲਾ ਦੇਵੇ, ਪੂਰੇ ਗੁਰੂ ਜੀ ਦੇ ਮੇਲ ਵਿੱਚ। ਏਕੋ ਨਾਮ ਚੇਤੇ ਵਿੱਚ ਭਰਮ ਚੁਕਾਏ, ਪੂਰੇ ਗੁਰੂ ਜੀ ਦੇ ਮੇਲ ਵਿੱਚ ਜਦੋਂ ਆ ਕਰਕੇ ਮਿਲਦਾ ਹੈ ਨਾ ਕੋਈ ਵੀ ਪ੍ਰਾਣੀ, ਪੂਰੇ ਗੁਰੂ ਜੀ ਬਖਸ਼ਿਸ਼ ਕਰਦੇ, ਫਿਰ ਉਹਨੂੰ ਨਾਮ ਦੇ ਮੇਲ ਵਿੱਚ ਮੇਲਦੇ ਆ। ਤੇ ਜਦੋਂ ਨਾਮ ਦੇ ਮੇਲ ਵਿੱਚ ਮੇਲਦੇ ਆ ਫਿਰ ਕੀ ਹੁੰਦਾ? ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ, ਸਾਰਾ ਭਰਮ ਵਿੱਚੋਂ ਨਾਸ਼ ਹੋ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਹੈ ਕਿ ਮਨ ਤੇ ਧੋਖਾ ਤਾਂ ਲਹੈ ਜੇ ਸਿਫਤ ਕਰੈ ਦਿਨ ਰਾਤ, ਰਾਤ ਦਿਨ ਆਖੇ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਨ ਤੋਂ ਧੋਖਾ ਲੱਥ ਜਾਂਦਾ, ਜਿਹੜਾ ਧੋਖੇ 'ਚ ਆਇਆ ਹੋਇਆ ਨਾ ਮਨ, ਭਰਮ 'ਚ ਪਿਆ ਹੋਇਆ ਹੈ, ਇਹ ਸਾਰਾ ਹੀ ਭਰਮ ਲੱਥਦਾ ਹੈ। ਭਰਮ 'ਚ ਪਏ ਹੋਏ ਨੂੰ ਪਤਾ ਹੀ ਨਹੀਂ ਭਰਮ, ਪਤਾ ਹੀ ਨਹੀਂ ਕਿ ਮੈਂ ਭਰਮ 'ਚ ਪਿਆ ਹੋਇਆ। ਇਹ ਤਾਂ ਸ਼ਬਦ ਦੇ ਉਪਦੇਸ਼ ਨਾਲ ਪਤਾ ਲੱਗਦਾ ਹੈ ਕਿ ਇਹ ਤਾਂ ਭਰਮ ਉਹ ਪੈ ਗਿਆ ਮੈਨੂੰ। ਤੇ ਸ਼ਬਦ ਦੀ ਕਮਾਈ ਕਰੇ, ਫਿਰ ਗੁਰੂ ਸਾਹਿਬ ਜੀ ਦੇ ਨਾਲ ਜਦੋਂ ਮੇਲ ਹੋ ਜਾਂਦਾ ਨਾ, ਫਿਰ ਸਮਾਂ ਅਜਾਈ ਨਾ ਗਵਾਵੇ। ਸਤਿਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਮਨ ਬਾਣੀ ਸਰੀਰ ਕਰਕੇ ਗ੍ਰਹਿਣ ਕਰੇ, ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਕਮਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਪੂ ਨਹੀਂ ਮਿਲਿਆ ਜਾਂਦਾ, ਮਹਾਰਾਜ ਮੇਲ ਦਿੰਦੇ ਫਿਰ ਨਾਮ ਦੇ ਮੇਲ 'ਚ। ਜਦੋਂ ਨਾਮ ਦੇ ਵਿੱਚ ਮਹਾਰਾਜ ਮਿਲਾ ਦਿੰਦੇ ਆ, ਨਾਮ ਮਿੱਠਾ ਲੱਗਣ ਲੱਗ ਜਾਂਦਾ ਤੇ ਫਿਰ ਜੰਮਣ ਮਰਨ ਦਾ ਭਰਮ ਸਾਰਾ ਹੀ ਨਾਸ਼ ਹੋ ਜਾਂਦਾ ਏ। ਨਾਨਕ ਨਾਮ ਜਪੇ ਨਾਉ ਨਉ ਨਿਧ ਪਾਏ, ਹਜੂਰ ਕਹਿੰਦੇ ਜਿਹੜਾ ਨਾਮ ਜਪਦਾ ਨਾ ਉਹ ਨਾਮ ਤੋਂ ਹੀ ਫਿਰ ਨੌ ਨਿਧੀਆਂ ਸਾਧ ਸੰਗਤ ਜੀ ਪਾ ਲੈਂਦਾ ਹੈ। ਅਸਨ ਬਸਨ ਭੂ ਕਨਕ ਪੁਨ, ਦਾਸੀ ਚੌਪ ਗੁਲਾਮ, ਰਥਵਾਏ ਹੰਡਵਾਏ ਜਾਨੀਐ ਜਿਹ ਨੌ ਨਿਧ ਕੇ ਨਾਮ। ਇਹ ਨੌ ਨਿਧੀਆਂ ਜਿਹੜੀਆਂ ਨਾ ਉਹਨੂੰ ਨਾਮ ਤੋਂ ਹੀ ਪ੍ਰਾਪਤ ਹੋ ਜਾਂਦੀਆਂ ਹਨ। ਮਾਇਆ ਨਹੀਂ ਮੁੱਕਦੀ, ਪਦਾਰਥ ਨਹੀਂ ਮੁੱਕਦੇ, ਜੋ ਵੀ ਕੁਝ ਇੱਥੋਂ ਤੱਕ ਉਹਦੇ ਆਪਣੇ ਭੋਗਣ ਤੋਂ ਕੀ ਮੁੱਕਣੇ ਆ, ਨਾਲ ਜਿੰਨੀ ਸ੍ਰਿਸ਼ਟੀ ਤੁਰੀ ਫਿਰਦੀ ਆ ਉਹਨਾਂ ਦੇ ਭੋਗਣ ਤੋਂ ਵੀ ਨਹੀਂ ਮੁੱਕਦੇ। ਨਾ ਖਾਦਿਆਂ ਮੁੱਕਦੇ, ਨਾ ਪਹਿਰਿਆਂ ਮੁੱਕਦੇ। ਇੰਨਾ ਅਤੁੱਟੀ ਖਜ਼ਾਨਾ ਮੇਰੇ ਵਾਹਿਗੁਰੂ ਦੇ ਨਾਮ ਕਰਕੇ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਵੇ ਤੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਸ ਨਾਮ ਦੀਆਂ ਦਾਸੀਆਂ ਹਨ ਸਾਰੀਆਂ ਸ਼ਕਤੀਆਂ ਫਿਰ ਆਪਣੇ ਆਪ ਹੀ ਸਿੱਖ ਦੇ ਅੰਦਰ ਸੰਪੂਰਨ ਹੋ ਜਾਂਦੀਆਂ, ਨੌ ਨਿਧੀਆਂ ਪਾ ਲਈਦੀਆਂ ਹਨ। ਗੌੜੇ ਗੁਆਰੇ ਰੇ ਮਹਲਾ ਤੀਜਾ, ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਗੌੜੀ ਦੀ ਗਵਾਰੇਰੀ ਜਾਤੀ ਵਿੱਚ ਬਖਸ਼ਿਸ਼ ਕਰਦੇ ਨੇ। ਜਿਨਾ ਗੁਰਮੁਖ ਧਿਆਇਆ, ਹਾਂਜੀ, ਤਿਨ ਪੁੱਛਾਉ ਜਾਏ। ਮਹਾਰਾਜ ਕਹਿੰਦੇ ਐ ਕਿ ਭਾਈ ਜੇ ਆਪ ਨਹੀਂ ਯਕੀਨ ਵਿਸ਼ਵਾਸ ਆਉਂਦਾ, ਜਿਨ੍ਹਾਂ ਗੁਰਮੁਖਾਂ ਨੇ ਧਿਆਇਆ ਹੈ ਨਾ, ਚਖਿਆ ਇਸ ਸਵਾਦ ਨੂੰ, ਤਿੰਨਾਂ ਨੂੰ ਪੁੱਛ ਲੋ ਜਾ ਕੇ। ਜਿਨ੍ਹਾਂ ਨੂੰ ਮਿੱਠਾ ਰਸ ਆ ਗਿਆ ਨਾਮ ਦਾ, ਸਤਿਗੁਰੂ ਜੀ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਜਾ ਕਰਕੇ ਪੁੱਛ ਲਓ, ਕਿਉਂਕਿ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਰਸੇ ਹੋਏ ਨੇਤਰ ਵੇਖ ਕੇ, ਉਹਨਾਂ ਦਾ ਨੂਰੋ ਨੂਰ ਮਸਤਕ ਵੇਖ ਕੇ ਮਨ ਦੇ ਅੰਦਰ ਚਾਅ ਆ ਜਾਂਦਾ, ਮਨਾ ਇੰਨਾ ਸੁਖ ਹੈ, ਇੰਨੇ ਸੰਤੁਸ਼ਟ ਨੇ, ਇੰਨਾ ਆਨੰਦ ਹੈ
ਮਹਾਰਾਜ ਮੈਨੂੰ ਵੀ ਦੱਸੋ ਕੀ ਲੱਭਾ ਤੁਹਾਨੂੰ ਕਿ ਖਾਂਦੇ ਵੀ ਸੁੱਕੀ ਰੋਟੀਆਂ ਲੰਗਰ ਚੋਂ ਤੇ ਮਹਾਰਾਜ ਠੰਡਾ ਪਾਣੀ ਪੀ ਕੇ ਤੁਹਾਡਾ ਮਸਤਕ ਇੰਨਾ ਕਿਵੇਂ ਚਮਕਦਾ ਰਹਿੰਦਾ ਹੈ। ਉਹ ਫਿਰ ਦੱਸਦੇ ਆ ਕਿ ਸਭ ਤੋਂ ਮਿੱਠਾ ਨਾਮ ਰਸ ਵੈ, ਤੂੰ ਵੀ ਭਾਈ ਸੰਗਤ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਗੁਰਮੁਖਾਂ ਨੂੰ ਇਹ ਰਸ ਆਇਆ ਨਾ ਨਾਮ ਦਾ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਭਾਈ ਜਾ ਕਰਕੇ ਭਾਵੇਂ ਕੋਈ ਪੁੱਛ ਲਵੇ, ਜੇ ਆਪ ਨਹੀਂ ਮਨ ਦੇ ਅੰਦਰ ਯਕੀਨ ਆ ਰਿਹਾ, ਜਿਹਨੂੰ ਆਇਆ ਹੈ, ਜਿਹਨੂੰ ਅਨੁਭਵੀ ਗਿਆਨ ਹੋਇਆ ਹੈ, ਉਹਨਾਂ ਨੂੰ ਜਾ ਕਰਕੇ ਹਜੂਰ ਕਹਿੰਦੇ ਭਾਵੇਂ ਪੁੱਛੋ। ਗੁਰ ਸੇਵਾ ਤੇ ਮਨ ਪਤੀ ਆਏ। ਸਿੱਖ ਕਹਿੰਦੇ ਮਹਾਰਾਜ ਤੁਹਾਡੇ ਤੋਂ ਬਿਨਾਂ ਕਿਹਨੂੰ ਪੁੱਛੀਏ ਗਰੀਬ ਨਵਾਜ, ਆਪ ਹੀ ਕਿਰਪਾ ਕਰਕੇ ਸਤਿਗੁਰੂ ਸਾਨੂੰ ਦੱਸੋ। ਮਹਾਰਾਜ ਆਪ ਨੇ ਹੀ ਗੁਰੂ ਅੰਗਦ ਸਾਹਿਬ ਜੀ ਤੋਂ ਇਹ ਮਹਾਨ ਬਖਸ਼ਿਸ਼ ਪਾਈ ਹੈ। ਆਪ ਮਹਾਰਾਜ ਗੁਰਿਆਈ ਦੇ ਮਾਲਕ ਹੋ, ਸੱਚੇ ਪਾਤਸ਼ਾਹ ਤੁਸੀਂ ਸਾਨੂੰ ਕਿਰਪਾ ਕਰਕੇ ਦੱਸੋ। ਤੇ ਹਜੂਰ ਫਿਰ ਸਿੱਖਾਂ ਦੀ ਭਾਵਨਾ ਸੁਣ ਕੇ ਗਰੀਬ ਨਵਾਜ ਦੱਸਦੇ ਹਨ ਗੁਰ ਸੇਵਾ ਅਰਥ ਨਹੀਂ ਨਾ ਹੋਏ। ਗੁਰ ਸੇਵਾ ਤੇ ਮਨ ਪਤੀ ਆਏ। ਸਤਿਗੁਰੂ ਜੀ ਦੱਸਦੇ ਆ ਗੁਰ ਸੇਵਾ ਤੇ ਮਨ ਪਤੀ ਆਏ। ਮਹਾਰਾਜ ਕਹਿੰਦੇ ਨੇ ਗੁਰਸਿੱਖੋ ਜਦੋਂ ਗੁਰੂ ਸਾਹਿਬ ਦੀ ਸੇਵਾ ਕਰੀਏ ਨਾ ਤੇ ਫਿਰ ਜਿਹੜਾ ਮਨ ਨਹੀਂ ਮੰਨਣ ਵਾਲਾ ਨਾ ਉਹ ਵੀ ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ, ਮਨ ਵਿੱਚ ਭਰੋਸਾ ਆ ਜਾਂਦਾ ਹੈ। ਜੀਵ ਨੂੰ ਸਾਧ ਸੰਗਤ ਜੀ ਗੱਲਾਂ ਕਰਨ ਨੂੰ ਤਾਂ ਆਪਾਂ ਬਥੇਰੀਆਂ ਕਰਦੇ ਆਂ, ਭਰੋਸਾ ਹੀ ਨਹੀਂ ਆਉਂਦਾ, ਯਕੀਨ ਹੀ ਨਹੀਂ ਆਉਂਦਾ। ਜੇ ਯਕੀਨ ਆ ਜਾਵੇ, ਭਰੋਸਾ ਆ ਜਾਵੇ ਤਾਂ ਫਿਰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੂਰ ਥੋੜੋ ਹੈ। ਭਰੋਸਾ ਹੀ ਨਹੀਂ ਆਉਂਦਾ ਸਾਨੂੰ। ਸਤਿਗੁਰੂ ਜੀ ਕਹਿੰਦੇ ਜੇ ਭਰੋਸਾ ਲਿਆਉਣਾ ਨਾ ਗੁਰਸਿੱਖੋ ਤੇ ਫਿਰ ਤੁਸੀਂ ਪੁੱਛਦੇ ਹੋ ਤੇ ਅਸੀਂ ਦੱਸਦੇ ਹਾਂ, ਕਿਉਂਕਿ ਮਹਾਰਾਜ ਸਾਹਿਬ ਜੀ ਤੋਂ ਵੱਧ ਹੁਣ ਨਾਮ ਦਾ ਰਸ ਕੌਣ ਪਾਉਂਦਾ ਹੈ। ਮਹਾਰਾਜ ਤਾਂ ਆਪ ਹੀ ਨਾਮ ਰਸੀਏ। ਸਤਿਗੁਰੂ ਜੀ ਨੇ ਕਿਹਾ ਨਾ ਉਹਨੂੰ ਪੁੱਛੋ ਜਿਸ ਗੁਰਮੁਖ ਨੂੰ ਇਹ ਨਾਮ ਰਸ ਆਇਆ ਹੈ। ਸਿੱਖ ਕਹਿੰਦੇ ਮਹਾਰਾਜ ਤੁਹਾਥੋਂ ਬਿਨਾਂ ਕਿਹਨੂੰ ਪੁੱਛੀਏ, ਤੁਸੀਂ ਦੱਸੋ ਗਰੀਬ ਨਵਾਜ, ਸਾਨੂੰ ਵੀ ਭਰੋਸਾ ਆਵੇ। ਤਾਂ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਮਨ ਪਤੀ ਆਏ। ਗੁਰੂ ਸਾਹਿਬ ਦੀ ਸੇਵਾ ਨਾਲ ਮਨ ਪਤੀਜਦਾ ਹੈ, ਮਨ ਵਿੱਚ ਭਰੋਸਾ ਆਉਂਦਾ ਹੈ। ਜੇ ਹੱਥੀਂ ਕੱਖ ਕਰੀਏ ਨਾ, ਗੱਲਾਂ ਨਾਲ ਪਹਾੜ ਢਾਈ ਜਾਈਏ, ਕੀ ਭਰੋਸਾ ਆਉਣਾ ਹੈ। ਭਾਵੇਂ ਭਰੋਸੇ ਦੀਆਂ ਬੜੀਆਂ ਬੜੀਆਂ ਗੱਲਾਂ ਹੀ ਕਥਨ ਕਰ ਕਰਕੇ ਦੱਸੀ ਜਾਈਏ, ਜਦੋਂ ਮੌਤ ਸਾਹਮਣੇ ਆ ਕੇ ਖਲੋਂਦੀ ਹੈ ਫਿਰ ਲੱਤਾਂ ਲੜਖੜਾ ਜਾਂਦੀਆਂ। ਭਰੋਸੇ ਵਾਲੇ ਹੀ ਸਾਧ ਸੰਗਤ ਜੀ ਟਕਰਾਉਂਦੇ ਆ ਤੇ ਮੌਤ ਨੂੰ ਪਛਾੜਦੇ ਆ। ਜਿਹਨੂੰ ਭਰੋਸਾ ਹੈ ਸੱਚੇ ਪਾਤਸ਼ਾਹ ਜੀ ਦੇ ਉੱਪਰ, ਜਿਹਨੂੰ ਭਰੋਸਾ ਹੈ ਨਿਰੰਕਾਰ ਦੇ ਉੱਪਰ, ਭਰੋਸੇ ਵਾਲੇ ਨੂੰ ਹੀ ਸਾਖਿਆਤ ਹੁੰਦੇ ਆ ਨਾ। ਜਿਨ ਭਰੋਸਾ ਹੀ ਨਹੀਂ ਧਾਰਨ ਕੀਤਾ ਤੇ ਭਰੋਸਾ ਧਾਰਨ ਹੁੰਦਾ ਨਹੀਂ ਜਿੰਨਾ ਚਿਰ ਸੇਵਾ ਨਾ ਕਰੀਏ। ਸਤਿਗੁਰੂ ਜੀ ਕਹਿੰਦੇ ਸਾਨੂੰ ਗੁਰੂ ਸਾਹਿਬ ਨੇ ਆਪ ਦੀ ਸੇਵਾ ਚ ਲਾ ਲਿਆ। ਗੁਰਸਿੱਖੋ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਕੇ ਸਾਡਾ ਮਨ ਪਤੀਜ ਗਿਆ। ਤੁਸੀਂ ਵੀ ਮਹਾਰਾਜ ਕਹਿੰਦੇ ਸੇਵਾ ਕਰੋ ਗੁਰੂ ਨਾਨਕ ਸਾਹਿਬ ਦੇ ਦਰ ਤੇ, ਮਨ ਪਤੀਜ ਜਾਵੇਗਾ, ਭਰੋਸਾ ਆ ਜਾਵੇਗਾ। ਸੇ ਧਨਵੰਤ ਹਰ ਨਾਮ ਕਮਾਏ। ਜਿਹੜੇ ਹਰੀ ਨਾਮ ਦੀ ਕਮਾਈ ਕਰਦੇ ਆ ਉਹ ਤਾਂ ਮਹਾਰਾਜ ਕਹਿੰਦੇ ਬੜੇ ਧਨਵੰਤ ਹਨ, ਬੜੇ ਅਮੀਰ ਹਨ। ਆ ਮਾਇਆ ਦੇ ਚਾਰ ਛਿੱਲੜ ਕਈ ਚੁੱਕ ਕੇ ਸੋਚਦੇ ਆ ਕਿ ਸਾਧ ਤਾਂ ਭੁੱਖੇ ਮਰਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਇਹ ਵੀ ਚਾਰ ਛਿੱਲੜ ਉਹਨਾਂ ਦੀ ਕਮਾਈ ਕਰਕੇ ਤੁਹਾਡੇ ਕੋਲ ਤੁਰੇ ਫਿਰਦੇ ਆ। ਸਾਧੂ ਨਾਮ ਦੀ ਕਮਾਈ ਕਰਨ ਵਾਲਾ ਕਦੇ ਉਹਨੂੰ ਗਰੀਬ ਨਾ ਸਮਝਿਓ, ਕਦੇ ਮਾਤੜ ਨਾ ਸਮਝਿਓ, ਕਦੇ ਨਾ ਸਮਝਿਓ ਕਿ ਰੁਲਦੇ ਫਿਰਦੇ ਆ। ਮਹਾਰਾਜ ਜੀ ਨੇ ਕਿਹਾ ਕਿ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਉਹ ਤਾਂ ਸਾਰੀ ਸ੍ਰਿਸ਼ਟੀ ਦੇ ਰਾਜੇ ਐ। 9 ਨਿਧੀਆਂ 18 ਸਿੱਧੀਆਂ ਉਹਨਾਂ ਦੇ ਚਰਨਾਂ ਤੇ ਪਾਤੀਆਂ ਸੱਚੇ ਪਾਤਸ਼ਾਹ ਨੇ। ਜੋ ਚਾਹਣ ਕਰ ਸਕਦੇ ਐ। ਮਾਇਆ ਤਾਂ ਕੁਝ ਵੀ ਨਹੀਂ। ਮਾਇਆ ਤੇ ਉਹਨਾਂ ਦੇ ਅੱਗੇ ਸਗੋਂ ਹੱਥ ਜੋੜ ਦੀ ਦਾਸੀ ਬਣੀ ਹੋਈ ਹੈ ਕਿ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਕਹਿੰਦੇ ਜਦੋਂ ਲੋੜ ਹੋਏਗੀ ਦੱਸਾਂਗੇ। ਉਹ ਮਾਇਆ ਨੂੰ ਵੀ ਵਰਤਦੇ ਹੀ ਨਹੀਂ ਕਿਉਂਕਿ ਅਚਾਹ ਰਹਿੰਦੇ ਹੈ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਾਮ ਦੀ ਕਮਾਈ ਕਰਦੇ ਆ ਗੁਰਸਿੱਖੋ ਉਹ ਬੜੇ ਧਨਵੰਤ ਹਨ, ਬੜੇ ਅਮੀਰ ਹਨ। ਪੂਰੇ ਗੁਰ ਤੇ ਸੋਝੇ ਪਾਏ। ਇਹ ਸੋਝੀ ਇਹ ਸਮਝ ਪੂਰੇ ਗੁਰੂ ਜੀ ਤੋਂ ਪੈਂਦੀ ਹੈ, ਨਹੀਂ ਤਾਂ ਕਿੱਥੇ ਪੈਂਦੀ ਹੈ ਸਮਝ। ਲੋਕ ਜਿਹੜੇ ਵੇਖ ਲਓ ਅੱਜ ਕੱਲ ਸੰਸਾਰ ਦੇ ਅੰਦਰ ਇਹ ਮਾਇਆ ਨੂੰ ਪ੍ਰਾਪਤ ਕਰਨ ਲਈ ਕਿੰਨਾ ਸਾਧ ਸੰਗਤ ਜੀ ਕਤਲੋਗਾਰਤ ਹੁੰਦਾ। ਰਿਸ਼ਤੇ ਜਿਹੜੇ ਹੈ ਉਹ ਵੀ ਟੁੱਟ ਜਾਂਦੇ ਐ। ਭਰਾ ਭਰਾ ਦਾ ਕਤਲ ਕਰੀ ਜਾਂਦਾ, ਪਿਓ ਪੁੱਤਰ ਦਾ ਕਤਲ ਕਰੀ ਜਾਂਦਾ, ਪੁੱਤਰ ਪਿਓ ਦਾ ਕਤਲ ਕਰ ਸਿੱਟਦਾ ਹੈ। ਇਸ ਤਰ੍ਹਾਂ ਸੋਝੀ ਨਹੀਂ ਨਾ ਹੈ।
ਉਹ ਸੋਚਦੇ ਆ ਕਿ ਇਹਦੇ ਨਾਲ ਨਿਰਵਾਹ ਹੈ, ਤਾਂ ਹੀ ਦੂਸਰੇ ਨੂੰ ਮਾਰ ਕੇ ਜਾਇਦਾਦ ਦੇ ਮਾਲਕ ਬਣਨਾ ਚਾਹੁੰਦੇ ਆ। ਸੋਝੀ ਨਹੀਂ ਹੈ, ਅਕਲ ਨਹੀਂ ਹੈ। ਇਸ ਕਰਕੇ ਸੰਸਾਰ ਦੇ ਅੰਦਰ ਜੀਵਨ ਨੂੰ ਸਮਝਿਆ ਕਿ ਸਦ ਜਿਉਣਾ ਰਹਿਣਾ ਹੈ। ਤੇ ਮਹਾਰਾਜ ਕਹਿੰਦੇ ਉਹ ਤਾਂ ਭਾਈ ਭੁੱਖੇ ਆ, ਸਗੋਂ ਭਿਖਾਰੀਆਂ ਵਰਗੇ ਆ ਕਿ ਮਾਇਆ ਵਾਸਤੇ ਜਿਹੜੇ ਆ ਦਰ-ਦਰਿਓਂ ਤੁਰੇ ਫਿਰਦੇ ਆ, ਜੀ ਘਾਤ ਕਰ ਦਿੰਦੇ ਆ। ਇਹ ਸੋਝੀ ਤਾਂ ਪੂਰੇ ਗੁਰੂ ਜੀ ਤੋਂ ਪੈਂਦੀ ਹੈ ਕਿ ਨਾਮ ਦੀ ਕਮਾਈ ਵਾਲੇ ਅਮੀਰ ਹੁੰਦੇ ਆ, ਕਿਉਂਕਿ ਮੁਹਤਾਜ ਨਹੀਂ ਕਿਸੇ ਦੇ ਹੁੰਦੇ। ਉਹ ਤਾਂ ਬਾਦਸ਼ਾਹਾਂ ਦੇ ਮੁਹਤਾਜ ਨਹੀਂ ਹੁੰਦੇ। ਉਹ ਤਾਂ ਬਾਦਸ਼ਾਹ ਨੂੰ ਵੀ ਕਹਿੰਦੇ ਆ, ਜਿਵੇਂ ਉਹ ਸਿਕੰਦਰ ਨੇ ਪੁੱਛਿਆ ਸੀ ਕਿਸੇ ਫਕੀਰ ਨੂੰ, ਉਹ ਧੁੱਪ ਸੇਕ ਰਹੇ ਸੀ ਤੇ ਉੱਤਰ ਕੇ ਘੋੜੇ ਤੋਂ ਆ ਗਿਆ, ਕਹਿੰਦਾ ਫਕੀਰਾ ਕੁਝ ਮੰਗ ਲੈ। ਫਕੀਰ ਬੋਲਿਆ ਹੀ ਨਹੀਂ। ਫਿਰ ਦੂਸਰੀ ਵਾਰੀ ਕਿਹਾ ਤਾਂ ਵੀ ਨਹੀਂ ਬੋਲਿਆ, ਤੀਸਰੀ ਵਾਰੀ ਕਿਹਾ ਤਾਂ ਵੀ ਨਹੀਂ ਬੋਲਿਆ। ਸਿਕੰਦਰ ਨੂੰ ਗੁੱਸਾ ਆ ਗਿਆ, ਕਿਉਂਕਿ ਬਾਦਸ਼ਾਹ ਨੂੰ ਗਰੂਰ ਹੁੰਦਾ ਹੀ ਹੈ, ਤੇ ਉਹਨੇ ਗੁੱਸੇ 'ਚ ਆ ਕੇ ਲੱਤ ਮਾਰਤੀ। ਖਿੜਖੜਾ ਕੇ ਹੱਸਿਆ ਫਕੀਰ। ਕਹਿੰਦਾ ਕੀ ਗੱਲ ਤੂੰ ਹੱਸਿਆ ਕਿਉਂ ਹੈ? ਲੱਤ ਮਾਰੀ ਆ ਤਾਂ ਦੁੱਖ ਲੱਗਣਾ ਚਾਹੀਦਾ ਸੀ। ਕਹਿੰਦਾ ਮੈਂ ਸੁਣਿਆ ਕਿ ਖੋਤੇ ਦਲੱਤੇ ਮਾਰਦੇ ਸੀ, ਪਰ ਅੱਜ ਪਹਿਲੀ ਵਾਰੀ ਤੈਨੂੰ ਮਾਰਿਆ ਵੇਖਿਆ। ਖੋਤਾ ਦੱਸਿਆ ਸਿਕੰਦਰ ਨੂੰ। ਬੜਾ ਕ੍ਰੋਧਿਤ ਹੋਇਆ, ਕਹਿਣ ਲੱਗਾ ਐਡੀ ਬੇਪਰਵਾਹੀ। ਕਹਿਣ ਲੱਗਾ ਪਰਾਂ ਹੋ, ਜਿਹੜਾ ਤੂੰ ਧੁੱਪ ਰੋਕ ਦਿੱਤੀ ਹੈ, ਮੈਨੂੰ ਧੁੱਪ ਸੇਕਣ ਦੇ, ਪਾਸੇ ਹੋ ਕੇ ਗੱਲ ਕਰ। ਕਹਿਣ ਲੱਗਾ ਐਡੀ ਬੇਪਰਵਾਹੀ ਕਿਵੇਂ ਆ? ਕਹਿੰਦਾ ਭੁੱਖ ਹੀ ਨਹੀਂ ਕੋਈ ਸਾਨੂੰ। ਫਕੀਰ ਕਹਿੰਦਾ ਕੀ ਮੰਗੀਏ ਤੇਰੇ ਕੋਲੋਂ? ਕਹਿੰਦਾ ਮੈਂ ਬਾਦਸ਼ਾਹ ਹਾਂ, ਮੈਨੂੰ ਕੀ ਭੁੱਖ ਹੋ ਸਕਦੀ ਹੈ? ਕਹਿੰਦਾ ਕਿੱਧਰ ਚੱਲਿਆ? ਕਹਿੰਦਾ ਮੈਂ ਦੇਸ਼ ਦੇ ਉੱਤੇ ਫਲਾਣੇ ਦੇਸ਼ ਨੂੰ ਜਿੱਤਣ ਚੱਲਿਆ। ਕਹਿੰਦਾ ਜਦੋਂ ਜਿੱਤ ਲੇਗਾ ਫਿਰ ਕੀ ਕਰੇਗਾ? ਫਿਰ ਕਹਿੰਦਾ ਉਸ ਤੋਂ ਅਗਲਾ ਜਿੱਤਾਂਗਾ। ਫਿਰ ਕਹਿੰਦਾ ਫਿਰ ਕੀ ਕਰੇਗਾ? ਕਹਿੰਦਾ ਉਸ ਤੋਂ ਅਗਲਾ ਜਿੱਤੇਗਾ। ਕਹਿੰਦਾ ਕਿੱਡੀ ਭੁੱਖ ਹੈ ਤੇਰੇ ਅੰਦਰ, ਜਾ ਪਹਿਲੋਂ ਜਾ ਕਰਕੇ ਤੂੰ ਆਪਣੀ ਭੁੱਖ ਪੂਰੀ ਕਰ, ਸਾਨੂੰ ਤਾਂ ਕੋਈ ਭੁੱਖ ਨਹੀਂ ਹੈ। ਸਾਡਾ ਤਾਂ ਸਭ ਥਾਵਾਂ ਤੇ ਰਾਜ ਹੀ ਰਾਜ ਹੈ, ਨਿਰੰਕਾਰ ਦੀ ਬਖਸ਼ੀ ਹੋਈ ਸਾਰੀ ਸ੍ਰਿਸ਼ਟੀ ਦਾ ਹੀ ਰਾਜ ਸਾਡੇ ਕੋਲ ਹੈ। ਅਜੇ ਤੈਨੂੰ ਅੰਦਰ ਜਿਹੜੀ ਹੈ ਉਹ ਤਮਾ ਲੱਗੀ ਹੋਈ ਹੈ ਕਿ ਮੈਂ ਫਲਾਨੀ ਧਰਤੀ ਜਿੱਤਾਂ, ਫਲਾਨੀ ਧਰਤੀ ਜਿੱਤਾਂ। ਦੱਸ ਭਿਖਾਰੀ ਤੂੰ ਹੈ ਕਿ ਮੈਂ ਆ? ਤੇ ਭਿਖਾਰੀ ਆ ਕੇ ਮੈਨੂੰ ਕਹੇ ਕਿ ਮੇਰੇ ਕੋਲੋਂ ਕੁਝ ਮੰਗ ਲੈ। ਦੱਸ ਭਿਖਾਰੀ ਕੋਲੋਂ ਕੀ ਮੰਗੀਏ? ਤੂੰ ਕੁਝ ਮੰਗਣਾ ਤੇ ਮੰਗ ਲੈ, ਜੇ ਤੈਨੂੰ ਕੁਝ ਚਾਹੀਦਾ ਤੇ ਦੇ ਦਿੰਨੇ ਆ। ਵੇਖੋ ਫਕੀਰ ਦੀ ਬੇਪਰਵਾਹੀ। ਇਹ ਹੈ ਨਾਮ ਦੀ ਕਣੀ। ਜਿਹਦੇ ਅੰਦਰ ਨਾਮ ਦੀ ਕਣੀ ਹੁੰਦੀ ਹੈ ਨਾ, ਉਹ ਸਾਧ ਸੰਗਤ ਜੀ, ਇਹ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਵੀ ਜਦੋਂ ਦਸਤਾਰਬੰਦੀ ਹੋਈ ਸੀ ਨਾ, ਉਦੋਂ ਇਹ ਮੁੱਖ ਮੰਤਰੀ ਨੇ ਕਹਿੰਦੇ ਸਟੇਜ ਤੇ ਕਹਿ ਦਿੱਤਾ ਸੀ ਕਿ ਟਕਸਾਲ ਨੂੰ ਜੇ ਕੋਈ ਲੋੜ ਹੋਈ ਸਰਕਾਰ ਵੱਲੋਂ ਤੇ ਮੈਂ ਦੇਵਾਂਗਾ। ਤੇ ਮਹਾਂਪੁਰਖਾਂ ਨੇ ਆਪਣੇ ਸਮੇਂ 'ਚ ਫਿਰ ਕਿਹਾ ਕਿ ਇਹ ਟਕਸਾਲ ਚੋਜੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਲਾਈ ਹੈ, ਮੰਗਤੀ ਨਹੀਂ ਹੈ। ਦਾਤੇ ਦੀ ਚਲਾਈ ਟਕਸਾਲ ਵੀ ਦਾਤੀ ਹੈ। ਜੇ ਤੇਰੀ ਸਰਕਾਰ ਨੂੰ ਕੁਝ ਚਾਹੀਦਾ ਹੋਇਆ ਤੇ ਮੇਰੇ ਕੋਲੋਂ ਮੰਗੀ ਮੈਂ ਦੇਵਾਂਗਾ। ਇਹ ਹੈ ਨਾਮ ਦੀ ਕਣੀ। ਤੇ ਨਹੀਂ ਤਾਂ ਭਿਖਾਰੀ ਬਣੇ ਵੇਖ ਲੋ, ਸਰਕਾਰਾਂ ਕੋਲੋਂ ਐਲਾਨ ਕਰਾਉਂਦੇ ਆ ਕਿ ਮਹਾਰਾਜ ਆਹ ਐਲਾਨ ਕਰ ਦਿਓ, ਆਹ ਸਾਨੂੰ ਦੇ ਦਿਓ। ਤੇ ਕੀ ਉਹਨਾਂ ਲੈਣਾ ਜਿਨ੍ਹਾਂ ਨੂੰ ਪਰਮੇਸ਼ਰ ਹੀ ਦੇ ਰਿਹਾ ਹੈ? ਉਹ ਤਾਂ ਨਾਮ ਦੀ ਕਮਾਈ ਕਰਕੇ ਧਨਵੰਤ ਹੋ ਗਏ, ਅਮੀਰ ਹੋ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਫਿਰ ਪੂਰੇ ਗੁਰ ਤੇ ਸੋਝੀ ਪਾਏ। ਪੂਰੇ ਗੁਰੂ ਜੀ ਤੋਂ ਇਹ ਸੋਝੀ ਪੈਂਦੀ ਹੈ, ਸਮਝ ਪੈਂਦੀ ਹੈ। ਗਰੀਬ ਨਵਾਜ ਕਹਿੰਦੇ ਭਾਈ ਆਪੂ ਸਮਝ ਨਹੀਂ ਜੀਆਂ ਨੂੰ ਪੈਂਦੀ। ਹਰ ਹਰ ਨਾਮ ਜਪਹੁ ਮੇਰੇ ਭਾਏ। ਇਸ ਕਰਕੇ ਇਹ ਮੇਰੇ ਭਾਈ ਗੁਰਸਿੱਖੋ, ਤੁਸੀਂ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਹਰੀ ਜੋ ਸਭ ਨੂੰ ਹਰਿਆਂ ਕਰ ਦੇਣ ਵਾਲਾ, ਸਭ ਦੇ ਦੁੱਖਾਂ ਨੂੰ ਹਰਨ ਵਾਲਾ, ਉਹਦੇ ਨਾਮ ਨੂੰ ਹੀ ਸਦਾ ਜਪੋ। ਅਮੀਰ ਹੋਣਾ ਤੇ ਆ ਤਰੀਕਾ ਅਮੀਰ ਹੋਣ ਦਾ ਮਹਾਰਾਜ ਦੱਸ ਰਹੇ ਗੁਰੂ ਅਮਰਦਾਸ ਸਾਹਿਬ ਜੀ। ਰਾਤ ਦਿਨ ਹੀ ਜੀਵ ਸੋਚਦਾ ਹੈ ਕਿ ਮੈਂ ਅਮੀਰ ਕਿਵੇਂ ਹੋਵਾਂ। ਮਹਾਰਾਜ ਕਿਹਾ ਜਿਸ ਧਨ ਕੋ 4 ਕੁੰਠ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਪਰ ਇਧਰ ਨੂੰ ਨਹੀਂ ਆਉਂਦਾ, ਗਲਾ ਘੁੱਟ ਕੇ ਧਨ ਪਾਉਣ ਨੂੰ ਆਉਂਦਾ ਹੈ। ਮਾਰ ਕੇ ਕਿਸੇ ਨੂੰ ਜ਼ਮੀਨ ਹਾਸਲ ਕਰਨ ਨੂੰ ਦੌੜਦਾ ਹੈ। ਹੋਰ ਸਾਰੇ ਸਾਧ ਸੰਗਤ ਜੀ ਯਤਨ ਕਰਦਾ, ਪਰ ਪੂਰੇ ਗੁਰੂ ਜੀ ਦੇ ਕਹੇ ਉਪਦੇਸ਼ ਤੇ ਯਕੀਨ ਹੀ ਨਹੀਂ ਆਉਂਦਾ ਹੈ। ਮਹਾਰਾਜ ਕਹਿੰਦੇ ਹੈ ਭਾਈ ਗੁਰਸਿੱਖੋ, ਵਾਹਿਗੁਰੂ ਵਾਹਿਗੁਰੂ ਜਪ ਲੋ, ਤੁਸੀਂ ਵੀ ਧਨਵੰਤ ਹੋ ਜਾਓਗੇ, ਅਮੀਰ ਹੋ ਜਾਵੋਗੇ। ਗੁਰੂ ਜੀ ਦੇ ਲੜ ਲੱਗੋ, ਫਿਰ ਸੋਝੀ ਪਵੇਗੀ। ਗੁਰਮੁਖ ਸੇਵਾ ਹਰ ਕਾਲ ਥਾਏ ਪਾਏ। ਜਿਨ੍ਹਾਂ ਗੁਰਮੁਖਾਂ ਨੇ ਸੇਵਾ ਕੀਤੀ ਹੈ ਨਾ ਸਤਿਗੁਰੂ ਜੀ ਦੀ, ਮੇਰੇ ਹਰੀ ਨੇ ਉਹਨਾਂ ਦੀ ਕੀਤੀ ਕਾਲ ਥਾਏ ਪਾ ਦਿੱਤੀ ਹੈ। ਚਾਹੇ ਥੋੜੀ ਹੀ ਸੇਵਾ ਕੀਤੀ ਹੈ। ਭਾਈ ਹੰਦਾਲ ਜੀ ਆਟਾ ਹੀ ਗੁੰਨਦੇ ਪਏ ਸੀ ਨਾ, ਸਤਿਗੁਰੂ ਜੀ ਨੇ ਉਹਨਾਂ ਦੀ ਭਾਵਨਾ ਵੇਖ ਕੇ ਕਹਿੰਦੇ ਭਾਈ ਹੰਦਾਲ ਨਿਹਾਲ ਹੋਇਓ।
ਮਹਾਰਾਜ ਬ੍ਰਹਮ ਗਿਆਨ ਦੇ ਕੇ ਕਿਹਾ ਜਾਓ ਅੱਜ ਤੋਂ ਗੁਰੂ ਕੇ ਵੱਜੋਗੇ। ਜੇ ਅੱਜ ਵੀ ਉਹਨਾਂ ਨੂੰ ਪੁੱਛਣਾ ਹੋਵੇ ਨਾ ਭਾਈ ਹੰਧਾਲ ਕੇ ਕਿੱਥੇ ਰਹਿੰਦੇ ਆ, ਕਹਿੰਦਾ ਗੁਰੂ ਕੇ। ਉਹ ਜੰਡਿਆਲਾ ਗੁਰੂ ਕਾ ਹੀ ਵੱਜਦਾ ਹੈ, ਗੁਰੂ ਕਾ ਹੀ ਜੰਡਿਆਲਾ ਪੈ ਗਿਆ ਨਾਂ ਉਹਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਰਹਿਮਤ ਕਰਦੇ ਆ, ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖ ਬਣ ਕੇ ਸੇਵਾ ਕੀਤੀ ਹੈ, ਮੁਖੀ ਗੁਰੂ ਜੀ ਦੇ ਕੋਲ ਭਾਵਨਾ ਨਾਲ ਸੇਵਾ ਕੀਤੀ ਹੈ, ਹਰੀ ਮੇਰਾ ਵਾਹਿਗੁਰੂ ਉਹਨਾਂ ਦੀ ਕੀਤੀ ਘਾਲ ਕਮਾਈ ਥਾਂ ਪਾ ਦਿੰਦਾ ਏ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਆਪ ਪਛਾਣੈ ਮਨ ਨਿਰਮਲ ਹੋਏ। ਜਦੋਂ ਆਪਣੇ ਆਪੇ ਦੀ ਪਛਾਣ ਕਰੇ ਨਾ ਕਿ ਮੈਂ ਕੌਣ ਹਾਂ, ਜਦੋਂ ਆਪਣੇ ਸੁੱਧ ਸਰੂਪ ਨੂੰ ਪਛਾਣੇ ਤੇ ਮਨ ਆਪੇ ਹੀ ਨਿਰਮਲ ਹੋ ਜਾਂਦਾ। ਫਿਰ ਮਨ ਪਵਿੱਤਰ ਹੋ ਜਾਂਦਾ, ਸਭ ਮੈਲਾਂ ਲੱਥ ਜਾਂਦੀਆਂ। ਆਪਣੇ ਆਪੇ ਦੀ ਪਛਾਣ ਨਹੀਂ ਕਰ ਰਿਹਾ, ਆਪਣੇ ਆਪ ਨੂੰ ਫਲਾਨਾ ਸਿਉ ਮੰਨ ਕੇ ਬਸ ਇਸੇ ਕੰਮ 'ਚ ਹੀ ਲੱਗਾ ਹੋਇਆ ਰਾਤ ਦਿਨ ਕਿ ਮੇਰਾ ਆਹ ਨਾਮ ਹੈ, ਆ ਮੇਰਾ ਘਰ ਹੈ ਤੇ ਇਹ ਮੇਰੀ ਜਾਇਦਾਦ ਹੈ, ਇਸੇ ਕੰਮ 'ਚ ਹੀ ਲੱਗਾ ਰਹਿੰਦਾ ਹੈ। ਮਹਾਰਾਜ ਕਹਿੰਦੇ ਜਦੋਂ ਆਪਣੇ ਆਪ ਨੂੰ ਪਛਾਣੇ ਨਾ ਮੈਂ ਕੌਣ ਹਾਂ ਤੇ ਫਿਰ ਇਹਦੇ ਬੰਧਨ ਟੁੱਟਦੇ ਆ। ਸੁੱਧ ਸਰੂਪ ਜਦੋਂ ਇਹਨੂੰ ਪਤਾ ਲੱਗ ਜੇ ਕਿ ਮੈਂ ਕੌਣ ਹਾਂ, ਫਿਰ ਮਹਾਰਾਜ ਨੇ ਕਿਹਾ ਮਨ ਦੀਆਂ ਮੈਲਾਂ ਗੁਰਸਿੱਖੋ ਲੱਥ ਜਾਂਦੀਆਂ ਨੇ। ਜੀਵਨ ਮੁਕਤ ਹਰ ਪਾਵੈ ਸੋਏ। ਉਹ ਮਹਾਰਾਜ ਕਹਿੰਦੇ ਜੀਵਨ ਮੁਕਤੀ ਦੀ ਦਾਤ ਹਰੀ ਤੋਂ ਪਾ ਲੈਂਦਾ ਹੈ, ਉਹ ਜਿਉਂਦਾ ਹੀ ਮੁਕਤ ਹੈ, ਬ੍ਰਹਮ ਗਿਆਨੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਐਸੀ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਹਰੀ ਤੋਂ ਨਿਰੰਕਾਰ ਤੋਂ ਇਸ ਦਾਤ ਨੂੰ ਪਾ ਕਰਕੇ ਨਿਹਾਲ ਹੁੰਦੇ ਐ। ਜੀਵਨ ਮੁਕਤੀ ਦਾ ਪ੍ਰਸਾਦ ਹਰ ਗੁਣ ਗਾਵੇ ਮਤ ਉਤਮ ਹੋਏ। ਮਹਾਰਾਜ ਜਿਹੜੀ ਮਤ ਹੈ ਇਹ ਬੜੀ ਮਲੀਨ ਰਹਿੰਦੀ ਹੈ, ਨੀਵੀਂ ਮਤ ਹੈ ਸਾਡੀ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮਤ ਵੀ ਆਤਮ ਵਿਸ਼ੈਣੀ ਹੋ ਜਾਵੇਗੀ ਗੁਰਸਿੱਖੋ, ਉੱਤਮ ਹੋ ਜਾਵੇਗੀ ਹਰੀ ਦੇ ਗੁਣ ਗਾਉਣ ਨਾਲ। ਜੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰੋਗੇ, ਵਾਹਿਗੁਰੂ ਵਾਹਿਗੁਰੂ ਆਪਣੇ ਮੁਖ ਤੋਂ ਉਚਾਰੋਗੇ, ਹਰ ਗੁਣ ਗਾਵੇ ਮਤ ਉਤਮ ਹੋਏ, ਮਤ ਉੱਤਮ ਹੋ ਜਾਵੇਗੀ, ਨਾਮ ਦੀ ਪ੍ਰਾਪਤੀ ਵਾਲੀ ਆਤਮ ਵਿਸ਼ੈਣੀ ਮਤ ਬਣ ਜਾਵੇਗੀ। ਸਹਜੇ ਸਹਜ ਸਮਾਵਾ ਸੋਏ। ਹਜੂਰ ਕਹਿੰਦੇ ਨੇ ਸਹਜੇ ਸੁਤੇ ਹੀ, ਗਰੀਬ ਨਵਾਜ ਕਹਿੰਦੇ ਸਹਿਜ ਗਿਆਨ ਪ੍ਰਕਾਸ਼ ਸਰੂਪ ਦੇ ਅੰਦਰ ਫਿਰ ਸਮਾ ਜਾਓਗੇ, ਅਭੇਦ ਹੋ ਜਾਓਗੇ। ਨਿਰਯਤਨ ਹੀ ਜਿਵੇਂ ਚੁੰਬਕ ਖਿੱਚ ਲੈਂਦੀ ਹੈ ਨਾ, ਇਵੇਂ ਫਿਰ ਵਾਹਿਗੁਰੂ ਜੀ ਆਪ ਦੇ ਸਰੂਪ ਤੇ ਹੀ ਵਿੱਚ ਅਭੇਦ ਕਰ ਲੈਣਗੇ। ਆਕਰਸ਼ਿਤ ਹੋ ਜਾਂਦਾ ਮਨ ਫਿਰ ਨਿਰੰਕਾਰ ਦੇ ਉੱਪਰ, ਕਿਉਂਕਿ ਜੀਵ ਦਾ ਸੁਭਾਅ ਹੈ ਜਿਹੜੀ ਕੋਈ ਚੰਗੀ ਚੀਜ਼ ਵੇਖਦਾ ਉਹਦੇ ਉੱਤੇ ਇਹਦਾ ਮਨ ਬੜਾ ਡੁੱਲਦਾ ਹੈ ਤੇ ਮਾਇਆ ਦੇ ਪ੍ਰਤਾਪ ਨੂੰ ਹੀ ਇਹ ਚੰਗਾ ਮੰਨਦਾ ਨਾ, ਇਸ ਕਰਕੇ ਮਨ ਮਾਇਆ ਤੇ ਡੁੱਲਿਆ ਰਹਿੰਦਾ ਹੈ। ਮਾਇਆ ਦੇ ਪਦਾਰਥਾਂ ਨੂੰ ਵੱਡਾ ਮੰਨਦਾ ਤਾਂ ਡੁੱਲਿਆ ਰਹਿੰਦਾ। ਜਦੋਂ ਗੁਰੂ ਜੀ ਦੇ ਉਪਦੇਸ਼ ਦੁਆਰਾ ਸੋਝੀ ਪੈਂਦੀ ਹੈ ਕਿ ਨਿਰੰਕਾਰ ਵਰਗਾ ਸੋਹਣਾ ਨਹੀਂ ਕੋਈ, ਨਿਰੰਕਾਰ ਵਰਗਾ ਕੋਈ ਬਲੀ ਨਹੀਂ, ਉਹਦੇ ਵਰਗਾ ਕੋਈ ਪ੍ਰਤਾਪੀ ਨਹੀਂ, ਆਕਰਸ਼ਿਤ ਹੋ ਜਾਂਦਾ ਮਨ। ਫਿਰ ਤੋ ਸਤਿਗੁਰੂ ਜੀ ਕਹਿੰਦੇ ਭਾਈ ਇਉਂ ਗਿਆਨ ਦੇ ਸਹਿਤ ਉਹ ਪਰਮੇਸ਼ਰ ਦੇ ਸਰੂਪ ਵਿੱਚ ਸਮਾ ਜਾਂਦੇ ਆ। ਇਸੇ ਪ੍ਰਕਾਰ ਹੀ ਸਹਜੇ ਸਹਜ ਸਮਾਵਾ ਸੋਏ। ਹਜੂਰ ਕਹਿੰਦੇ ਨੇ ਸਹਿਜ ਸ਼ਾਂਤੀ ਪੂਰਵਕ ਸਹਿਜ ਗਿਆਨ ਪ੍ਰਕਾਸ਼ ਦੇ ਸੋਮੇ ਦੇ ਅੰਦਰ ਅਭੇਦ ਹੋ ਜਾਂਦੇ ਹਨ। ਦੂਜਾ ਪਾਏ ਨਾ ਸੇਵਿਆ ਜਾਏ। ਮਹਾਰਾਜ ਸੇਵਾ ਤਾਂ ਸਾਰੇ ਕਰਦੇ ਆ। ਹਜੂਰ ਕਹਿੰਦੇ ਜਿਹੜਾ ਦੂਜਾ ਭਾਵ ਹੈ ਨਾ ਇਹਦੇ ਵਿੱਚ ਸੇਵਾ ਨਹੀਂ ਕੀਤੀ ਜਾਂਦੀ। ਤੇ ਸਾਧ ਸੰਗਤ ਜੀ ਸੇਵਾ ਕਰਨ ਨੂੰ ਵੇਖ ਲੋ ਕਰਦੇ ਆ, ਪਰ ਹੰਕਾਰ ਨਹੀਂ ਮਰਦਾ ਮੈਂ ਮੇਰੇ ਜਿੰਨੀ ਸੇਵਾ ਕਿਨ ਕਰਨੀ ਹੈ। ਅਸੀਂ ਇੰਨੇ ਸਾਲਾਂ ਤੋਂ ਇਉਂ ਬੜਾ ਦੱਸਦੇ ਆ ਕਿ ਮੈਂ ਤਾਂ ਇਹੀ ਸੇਵਾ ਕਰਦਾ, ਮੇਰੇ ਤੋਂ ਬਿਨਾਂ ਇਸ ਸੇਵਾ ਨੂੰ ਹੱਥ ਨਹੀਂ ਕੋਈ ਲਾ ਸਕਦਾ। ਇਹ ਕਿੱਡਾ ਹੰਕਾਰ ਵਾ। ਦੂਜਾ ਭਾਵ ਹੈ ਨਾ ਅੰਦਰ ਪਰਮੇਸ਼ਰ ਦੀ ਪ੍ਰੀਤ ਨਹੀਂ ਪੈਦਾ ਹੋਈ। ਮਹਾਰਾਜ ਕਹਿੰਦੇ ਦੂਜੇ ਭਾਵ ਕਰਕੇ ਗੁਰੂ ਜੀ ਦੀ ਸੇਵਾ ਨਹੀਂ ਕੀਤੀ ਜਾਂਦੀ। ਹਉਮੈ ਮਾਇਆ ਮਹਾ ਬਿਖ ਖਾਏ। ਕੀ ਹੁੰਦਾ ਫਿਰ ਹਉਮੈ ਅੰਦਰ ਚਿੰਬੜੀ ਰਹਿੰਦੀ ਹੈ ਤੇ ਜਿਹੜੀ ਬਹੁਤ ਵੱਡੀ ਜ਼ਹਿਰ ਹੈ ਨਾ ਵਿਸ਼ਿਆਂ ਦੀ, ਮਹਾਰਾਜ ਕਹਿੰਦੇ ਉਹ ਮਨ ਖਾਂਦਾ ਰਹਿੰਦਾ ਹੈ। ਮਨ ਨੂੰ ਖੁਰਾਕ ਵਿਸ਼ਿਆਂ ਦੀ ਮਿਲਦੀ ਰਹਿੰਦੀ ਹੈ, ਬਾਹਰੋਂ ਕਹਿਣ ਨੂੰ ਅਸੀਂ ਸੇਵਾਦਾਰ ਹੁੰਨੇ ਆ। ਮਹਾਰਾਜ ਕਹਿੰਦੇ ਭਾਈ ਹਉਮੈ ਮਿਟੀ ਨਹੀਂ। ਹਉਮੈ ਕਰਕੇ ਕੀ ਹੈ ਮਨ ਵੱਡੀ ਜਿਹੜੀ ਖੁਰਾਕ ਵਿਸ਼ਿਆਂ ਦੀ ਹੈ ਜ਼ਹਿਰੀਲੀ, ਉਸ ਜ਼ਹਿਰ ਨੂੰ ਖਾਂਦਾ ਰਹਿੰਦਾ ਹੈ। ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ। ਤੇ ਕੀ ਹੁੰਦਾ ਫਿਰ ਜੰਜਾਲ ਛੁੱਟਦੇ ਨਹੀਂ ਨਾ, ਪੁੱਤਰ ਮੋਹ ਨਹੀਂ ਛੁੱਟਦਾ। ਉਹੋ ਜਿਹੀ ਭਾਵੇਂ ਵੇਖ ਲੋ ਕਿੰਨੀ ਸੇਵਾ
ਤੇ ਪਰ ਫਿਰ ਵੀ ਪੁੱਤਰ ਮੋਹ ਕਿੰਨਾ ਚਿੰਬੜਿਆ ਹੋਇਆ ਹੈ, ਨਹੀਂ ਮਨ ਚੋਂ ਸੁੱਟਦਾ ਹੈ। ਤੇ ਫਿਰ ਪੜ੍ਹਦੇ ਹੋ, ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ। ਤੇ ਕੁਟੰਬ ਪਰਿਵਾਰ ਦੇ ਸਰੀਰ ਦੇ ਮੋਹਾਂ ਵਿੱਚ ਫਸਿਆ ਹੋਇਆ ਹੈ, ਤੇ ਗ੍ਰਹਿ ਦੇ ਘਰ ਦੇ ਜਿਹੜੇ ਮਾਇਆ ਦੇ ਧੰਦੇ ਐ ਉਹਨਾਂ ਦੇ ਬੰਧਨ ਪਏ ਹੋਏ ਐ, ਬੰਧਨ ਟੁੱਟਦੇ ਹੀ ਨਹੀਂ। ਇਹੋ ਜਿਹੇ ਸਖਤ ਬੰਧਨ ਪਏ ਹੋਏ ਕਿਉਂਕਿ ਅੰਦਰੋਂ ਦਵੈਤ ਨਹੀਂ ਗਈ। ਇਹ ਜੜ ਸਾਰੀ ਦਵੈਤ ਹੈ। ਦਵੈਤ ਕੀ ਹੈ? ਪਰਮੇਸ਼ਰ ਨੂੰ ਮੰਨਿਆ ਹੀ ਨਹੀਂ, ਆਪਣੇ ਆਪ ਨੂੰ ਮੰਨ ਰਿਹਾ ਸਭ ਕੁਛ, ਵੀ ਸੇਵਾ ਵੀ ਮੈਂ ਕਰ ਰਿਹਾ, ਮੈਂ ਨਾ ਹੋਵਾਂ ਤੇ ਉਹ ਹੋ ਹੀ ਨਹੀਂ ਸਕਦਾ ਹੈ। ਜਦੋਂ ਇਹੋ ਜੀ ਭਾਵਨਾ ਬਣੀ ਹੋਈ ਹੈ ਤਾਂ ਮਹਾਰਾਜ ਕਹਿੰਦੇ ਭਾਈ ਪੁੱਤਰ ਮੋਹ ਕਿੱਥੋਂ ਨਾਸ਼ ਹੋਣਾ ਹੈ। ਤੇ ਵੇਖ ਲੋ ਤੁਰਨ ਲੱਗਿਆਂ ਫਿਰ ਪੁੱਤਰ ਵੀ ਕਿਹੜਾ ਨਾਲ ਨਿਭਣਾ ਹੈ। ਜਿਸ ਪਰਮੇਸ਼ਰ ਦੀ ਪ੍ਰੀਤ ਨੇ ਸਾਥ ਦੇਣਾ ਉਹ ਪ੍ਰੀਤ ਪਾਈ ਨਹੀਂ, ਦਵੈਤ ਹੀ ਅੰਦਰ ਧਾਰਨ ਕਰ ਛੱਡੀ। ਨਾ ਫਿਰ ਕੋਈ ਕੁਟੰਬੀ ਨਾਲ ਪਰਿਵਾਰ ਦਾ ਜੀ ਚੱਲਿਆ ਹੈ। ਤੇ ਮਹਾਰਾਜ ਕਹਿੰਦੇ ਭਾਈ ਘਰ ਦੇ ਜਿਹੜੇ ਧੰਦੇ ਆ ਮਾਇਆ ਕਰਕੇ ਉਹਨਾਂ ਦੇ ਮੋਹ ਵਿੱਚ ਹੀ ਫਸਿਆ ਰਿਹਾ ਹੈ। ਮਨਮੁਖ ਅੰਧਾ ਆਵੈ ਜਾਏ। ਐਸਾ ਮਨਮੁਖ ਜਿਹੜਾ ਅੰਨਾ ਹੈ, ਮਨ ਬੁੱਧ ਰੂਪੀ ਨੇਤਰ ਨਹੀਂ ਹਨ, ਉਹ ਜਨਮ ਲੈ ਲੈ ਕੇ ਆਉਂਦੇ ਆ, ਮਰ ਮਰ ਕੇ ਚਲੇ ਜਾਂਦੇ ਆ। ਹਰ ਹਰ ਨਾਮ ਦੇਵਾ ਜਨ ਸੋਏ। ਮਹਾਰਾਜ ਕਹਿੰਦੇ ਜਿਸ ਭਾਈ ਪਰਮੇਸ਼ਰ ਜਿਸ ਜੀਵ ਦੇ ਤਾਈ ਆਪਣਾ ਵਾਹਿਗੁਰੂ ਵਾਹਿਗੁਰੂ ਨਾਮ ਦੇਵੇ ਗੁਰੂ ਜੀ ਦੁਆਰਾ, ਅਨ ਦਿਨ ਭਗਤ ਗੁਰ ਸ਼ਬਦੇ ਹੋਏ। ਉਹ ਫਿਰ ਰਾਤ ਦਿਨ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਦਾ ਹੋਇਆ ਭਗਤੀ ਵਿੱਚ ਲੱਗ ਜਾਂਦਾ ਹੈ। ਫਿਰ ਪੜੋ ਇਹ ਪੰਕਤੀ ਪਿੱਛੋਂ, ਹਰ ਹਰ ਨਾਮ ਦੇਵਾ ਜਨ ਸੋਏ। ਮਹਾਰਾਜ ਕਹਿੰਦੇ ਸੋਏ ਉਹ ਪਰਮੇਸ਼ਰ ਆਪ ਹੀ ਜਨ ਪਿਆਰੇ ਨੂੰ ਵਾਹਿਗੁਰੂ ਵਾਹਿਗੁਰੂ ਨਾਮ ਦਿੰਦਾ ਹੈ। ਜਦੋਂ ਕਲਿਆਣ ਕਰਨੀ ਹੁੰਦੀ ਹੈ ਨਾ, ਉਦੋਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਕਰਨ ਵਿੱਚ ਚਿੱਤ ਲੱਗਦਾ ਹੈ। ਨਹੀਂ ਤਾਂ ਮਨ ਮਾਰ ਕੇ ਕਰਨਾ ਪੈਂਦਾ ਨਾ। ਤੇ ਜਦੋਂ ਆਪਣੇ ਆਪ ਹੀ ਸੁਦੇ ਵਾਹਿਗੁਰੂ ਵਾਹਿਗੁਰੂ ਕਰਨ ਵਿੱਚ ਚਿੱਤ ਲੱਗਾ ਹੋਵੇ, ਸਮਝ ਲਓ ਕਿ ਨਿਰੰਕਾਰ ਆਪ ਕਿਰਪਾ ਕਰ ਰਹੇ ਹੈ, ਵਾਹਿਗੁਰੂ ਮਿਹਰ ਕਰ ਰਹੇ ਹੈ। ਜਦੋਂ ਉਹ ਆਪ ਮੇਰਾ ਵਾਹਿਗੁਰੂ ਕਿਰਪਾ ਕਰਦਾ, ਉਦੋਂ ਵਾਹਿਗੁਰੂ ਵਾਹਿਗੁਰੂ ਕਰਨ ਵਿੱਚ ਮਨ ਲੱਗ ਜਾਂਦਾ ਜੀਵ ਦਾ। ਅਨ ਦਿਨ ਭਗਤ ਗੁਰ ਸ਼ਬਦੇ ਹੋਏ। ਗੁਰੂ ਜੀ ਦੇ ਸ਼ਬਦ ਉਪਦੇਸ਼ ਦੁਆਰਾ ਫਿਰ ਰਾਤ ਦਿਨ ਹੀ ਉਹਨਾਂ ਨੂੰ ਭਗਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਅੰਦਰੋਂ ਜਾਤ ਸ਼ਕਤੀ ਵਿੱਚੋਂ ਮਹਾਰਾਜ ਵਿਸਰਦੇ ਨਹੀਂ ਹਨ। ਗੁਰਮਤ ਵਿਰਲਾ ਬੁਝਾ ਕੋਏ। ਇਹ ਗੁਰਮਤ ਜਿਹੜੀ ਹੈ ਨਾ, ਕੋਈ ਵਿਰਲਾ ਬੁੱਝਦਾ ਹੈ, ਕੋਈ ਵਿਰਲਾ ਸਮਝਦਾ ਹੈ। ਇਹ ਤਾਂ ਭੇਤ ਹੀ ਨਹੀਂ ਪਤਾ ਲੱਗਦਾ। ਨਹੀਂ ਤਾਂ ਮਹਾਰਾਜ ਕਹਿੰਦੇ ਜਿਹੜੀ ਗੁਰਮਤ ਗੁਰੂ ਜੀ ਦੀ ਸਿੱਖਿਆ ਹੈ, ਕੋਈ ਵਿਰਲਾ ਹੀ ਭਾਈ ਗੁਰੂ ਜੀ ਦੁਆਰਾ ਸਮਝਦਾ ਹੈ। ਨਾਨਕ ਨਾਮ ਸਮਾਵੈ ਸੋਏ। ਜਿਹੜਾ ਸਮਝ ਜਾਂਦਾ ਫਿਰ ਉਹ ਨਾਮ ਜਪਦਾ ਹੋਇਆ ਉਸ ਵਾਹਿਗੁਰੂ ਦੇ ਅੰਦਰ ਸਮਾ ਜਾਂਦਾ, ਅਭੇਦ ਹੋ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਿਆ। ਹਜੂਰ ਰਹਿਮਤ ਕਰਨ ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ ਚ ਵਸੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਹਰ ਹਰ ਨਾਮ ਦੇਵਾ ਜਨ ਸੋਏ। ਅਨ ਦਿਨ ਭਗਤ ਗੁਰ ਸ਼ਬਦੇ ਹੋਏ। ਗੁਰਮਤ ਵਿਰਲਾ ਬੁਝਾ ਕੋਏ। ਨਾਨਕ ਨਾਮ ਸਮਾਵੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ। ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ। ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ। ਹਹਿ ਪੀ ਹੋਵਨ। ਹੇ ਸੰਤਹ ਕੈ ਸਦਾ ਸੰਗ। ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ। ਮੈਂ ਨਿਰਗੁਣ ਗੁਣ ਨਹੀਂ।
ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਇ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸਿਮਰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਜ ਕੇ ਜੈਕਾਰਾ ਗਜਾਵੇ ਸੋ ਨਿਹਾਲ ਹੋਵੇ। ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਦੇਗ ਤੇ